ਰਾਗ ਬਲਾਵਲ ਮਹਿਲਾ ਪੰਜਵਾ। ਘਰ ਪੰਜਵਾ ਚੌਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨਸਤ ਬਾਰ ਨਾ ਲੱਗਈ ਜਿਉ ਕਾਗਦ ਬੂੰਦਾਰ ਬਿਨਸਤ ਬਾਰ ਨਾ ਲੱਗਈ ਜਿਉ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿਧ ਸਾਧਕ ਗ੍ਰਹੀ ਜੋਗੀ ਤਜ ਗਏ ਕਰਬਾਰ। ਰਹਾਉ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ। ਦ੍ਰਿਸ਼ਟਮਾਨ ਸਭ ਬਿਨਸਿਐ ਕਿਆ ਲੱਗੇ ਗਵਾਰ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਇਕ ਚਾਲੇ ਇਕ ਚਲ ਸੇ ਸਭ ਆਪਣੀ ਬਾਰ। ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰਿ ਦੁਆਰ। ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ। ਜਨ ਨਾਨਕ ਹਰਿ ਕਾ ਦਾਸ ਹੈ ਦਾ ਰਾਖ ਪੈਜ ਮੁਰਾਰ। ਚਬਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰਿਓ ਆਪ ਸਭ ਧੰਨਤਾ ਦੇ ਯੋਗ ਹੋ, ਵਡਭਾਗੇ ਹੋ, ਗੁਰਬਾਣੀ ਰਸ ਪ੍ਰਾਪਤ ਕਰ ਰਹੇ ਹੋ। ਆਓ ਬਾਣੀ ਦੀ ਵਿਚਾਰ ਆਰੰਭ ਕਰੀਏ। ਸਮੁੱਚੀ ਸੰਗਤ ਨੇ ਹਾਜ਼ਰੀ ਭਰਨੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਅੱਜ ਦੇ ਪਾਵਨ ਸ਼ਬਦ ਵਿੱਚ ਬੜੇ ਪਿਆਰ ਦੇ ਵਿੱਚ ਭਿੱਜ ਕੇ ਮਨੁੱਖ ਨੂੰ ਇਸ ਸੰਸਾਰ ਵੱਲ ਨਿਗਾਹ ਮਾਰਨ ਦੇ ਲਈ ਕਿਹਾ। ਕਿਉਂ? ਸੰਸਾਰ ਬਿਨਸਣਹਾਰਾ ਹੈ। ਸੰਸਾਰ ਮੌਤ ਦੇ ਮੂੰਹ ਵਿੱਚ ਹੈ। ਸਾਰੇ ਜੀਵਾਂ ਦੇ ਸਿਰ ਤੇ ਮੌਤ ਮੰਡਰਾ ਰਹੀ ਹੈ। ਇਹ ਬਿਨਸਣਹਾਰੇ ਜਗਤ ਵੱਲ
ਮੌਤ ਦੇ ਮੂੰਹ ਵਿੱਚ ਫਸੇ ਹੋਏ ਜੀਵ ਵੱਲ, ਜਿਨ੍ਹਾਂ ਦੇ ਸਿਰ ਤੇ ਮੌਤ ਘੁੰਮ ਰਹੀ ਹੈ, ਕਾਲ ਅਹੇਰੀ ਫਿਰੈ ਬਦਕ ਜਿਉ। ਕਾਲ ਸ਼ਿਕਾਰੀ ਦੇ ਵਾਂਗ ਤਿਆਰ ਹੈ, ਤਾਂ ਉਸ ਜਗਤ ਨੂੰ ਗੁਰੂ ਸਾਹਿਬ ਜੀ ਨੇ ਮਨੁੱਖ ਦੇ ਸਨਮੁਖ ਇਸ ਤਰ੍ਹਾਂ ਦਾ ਨਮੂਨਾ ਪੇਸ਼ ਕੀਤਾ ਵੀ ਸਾਰਾ ਬਿਨਸਨਹਾਰਾ ਹੈ ਤੇ ਤੂੰ ਵੀ ਬਿਨਸ ਜਾਵੇਂਗਾ। ਜਿਸ ਮੌਤ ਦੇ ਖੂਹ ਵਿੱਚ ਜਗਤ ਨੇ ਫਸ ਗਿਆ, ਡੁੱਬ ਜਾਣਾ ਹੈ, ਖਤਮ ਹੋ ਜਾਣਾ ਪੈ ਕੇ, ਤੇ ਉਸੇ ਮੌਤ ਦੇ ਮੂੰਹ ਵਿੱਚ ਤੂੰ ਹੈ। ਤੂੰ ਆਪਣੀ ਮੌਤ ਵੱਲ, ਇਸ ਜਗਤ ਵੱਲ ਜੋ ਮੌਤ ਦੇ ਘਾਟ ਉਤਰਨਾ ਹੈ, ਇਹਦੇ ਵੱਲ ਨਿਗਾਹ ਮਾਰ। ਕਿਉਂ? ਅਕਸਰ ਦੁਨੀਆ ਦੇ ਵਿੱਚ ਇਹ ਬੋਲ ਆਮ ਹੀ ਆਪਾਂ ਨੂੰ ਸੜਕਾਂ ਤੇ, ਵੱਡੇ ਹਾਈਵੇ ਰੋਡਾਂ ਤੇ ਲਿਖੇ ਮਿਲ ਜਾਂਦੇ ਨੇ। ਮੌਤ ਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਉਹਦਾ ਕਾਰਨ ਕੀ ਹੈ? ਜਿਨ੍ਹਾਂ ਨੇ ਮੌਤ ਨੂੰ ਯਾਦ ਰੱਖਿਆ ਨਾ, ਰੱਬ ਆਪੇ ਯਾਦ ਆ ਜਾਂਦਾ। ਜਿਨ੍ਹਾਂ ਨੇ ਮੌਤ ਨੂੰ ਵਿਸਾਰ ਦਿੱਤਾ ਤੇ ਆਪਣੀ ਅੱਖ ਦੇ ਸਨਮੁਖ ਐਸੋ ਇਸ਼ਰਤ ਵਾਲੀ ਜ਼ਿੰਦਗੀ ਨੂੰ ਲੈ ਆਏ, ਤਾਂ ਉਹ ਮੌਤ ਨੂੰ ਚੇਤੇ ਰੱਖਣ ਦੀ ਬਜਾਏ ਪਰਮਾਤਮਾ ਨੂੰ ਵੀ ਭੁੱਲ ਜਾਂਦੇ ਨੇ ਤੇ ਮੌਤ ਨੂੰ ਵੀ ਭੁੱਲ ਜਾਂਦੇ ਨੇ। ਬਸ ਮੌਤ ਨੂੰ ਚੇਤੇ ਰੱਖਣਾ ਨਿਰਾਸ਼ਾਵਾਦੀ ਨਹੀਂ, ਵਧੀਆ ਪੱਖ ਹੈ, ਚੰਗੀ ਸੋਚ ਹੈ। ਮੌਤ ਨੂੰ ਚੇਤੇ ਰੱਖਣ ਦੇ ਨਾਲ ਇਹਨੂੰ ਆਪਾਂ ਘਟੀਆ ਸੋਚ ਨਹੀਂ ਕਹਿ ਸਕਦੇ। ਮੌਤ ਨੂੰ ਚੇਤੇ ਰੱਖਣਾ, ਪਰਮਾਤਮਾ ਨੂੰ ਚੇਤੇ ਰੱਖਣਾ। ਮੌਤ ਵਿਸਰ ਜਾਣੀ ਤੇ ਪਰਮਾਤਮਾ ਵਿਸਰ ਜਾਂਦਾ ਹੈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬੜੇ ਪਿਆਰ ਦੇ ਵਿੱਚ ਭਿੱਜ ਕੇ ਸਮਝਾਇਆ, ਇਸ ਬਿਨਸਨਹਾਰੇ ਜਗਤ ਵੱਲ ਤੂੰ ਨਿਗਾਹ ਮਾਰ। ਇਸ਼ਾਰਾ ਕੀ ਕੀਤਾ? ਸੁਣ ਮੇਰੀ ਮਨਸਾ, ਹੀ ਮੇਰੇ ਮਨ ਸੁਣ। ਇਉਂ ਮੰਨ ਲਓ ਵੀ ਆਪਣੇ ਆਪ ਨੂੰ ਜਿਹੜਾ ਸੰਬੋਧਨ ਕੀਤਾ, ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਆਪ ਨੂੰ, ਆਪਣੇ ਮਨ ਨੂੰ ਸੰਬੋਧਨ ਕੀਤਾ ਗਾ। ਸੁਣ ਮੇਰੀ ਮਨਸਾ ਮਨੈ ਮਾਹੇ, ਹੀ ਮੇਰੇ ਮਨ ਦੇ ਫੁਰਨੇ, ਮੇਰੀ ਮਨਸਾ, ਹੀ ਮੇਰੇ ਮਨ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਉਹ ਗੱਲ ਕਿਹੜੀ ਆ? ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਸਤ ਦੇਖ ਵਿਚਾਰ। ਕਹਿੰਦੇ ਤੂੰ ਸੱਚ ਦੀ ਵਿਚਾਰ ਕਰਕੇ ਤਾਂ ਦੇਖਣਾ। ਆਹ ਮੇਨ ਪੁਆਇੰਟ ਵੇਖ, ਤੂੰ ਵਾਹਿਗੁਰੂ ਜੀ ਦੀ, ਪਰਮੇਸ਼ਰ ਜੀ ਦੀ ਵਿਚਾਰ ਵੱਲ ਨਿਗਾਹ ਮਾਰ, ਥੋੜੀ ਜਿਹੀ ਧਿਆਨ ਮਾਰ, ਜਿਹਨੂੰ ਆਪਾਂ ਕਹਿ ਦਈਏ ਝਾਤੀ ਮਾਰ। ਸਤ ਦੇਖ ਵਿਚਾਰ। ਹੁਣ ਗੁਰੂ ਸਾਹਿਬ ਜੀ ਅੱਗੇ ਕੀ ਕਹਿੰਦੇ ਨੇ? ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ। ਹੁਣ ਫਿਰ ਪਾਤਸ਼ਾਹ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ। ਕਹਿੰਦੇ ਇਸ ਧਰਤੀ ਤੇ ਸਿੱਧ ਸਾਧਕ ਯੋਗੀ, ਬੜੇ ਵੱਡੇ ਵੱਡੇ ਪੀਰ ਪੈਗੰਬਰ, ਉੱਗੇ ਹੋਏ ਸਾਧੂ, ਦਰਅਸਲ ਕਹਿੰਦੇ ਉਹ ਵੀ ਘਰ-ਬਾਰ ਛੱਡ ਕੇ ਚਲੇ ਗਏ। ਹੁਣ ਇੱਕ ਤਾਂ ਦੁਨਿਆਵੀ ਘਰ-ਬਾਰ ਆ, ਦੁਨਿਆਵੀ ਜਿਸ ਮਕਾਨ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਨੂੰ ਵੀ ਆਪਾਂ ਘਰ ਕਹਿ ਦਿੰਦੇ ਹਾਂ, ਤੇ ਇੱਕ ਹੈ ਆਹ ਸਰੀਰ ਰੂਪੀ ਘਰ। ਆਹ ਸਰੀਰ ਰੂਪੀ ਘਰ ਤਾਂ ਭਾਈ ਉਹਨਾਂ ਦਾ ਵੀ ਨਹੀਂ ਬਚਿਆ, ਉਹ ਵੀ ਇੱਥੋਂ ਚਲੇ ਗਏ। ਪਾਤਸ਼ਾਹ ਜੀ ਕਹਿੰਦੇ ਨੇ, ਦੇਖ ਸਤ ਵਿਚਾਰ। ਸਿੱਧ ਸਾਧਕ ਗਿਰਹੀ ਜੋਗੀ, ਭਾਵੇਂ ਕੋਈ ਸਿੱਧ ਆ, ਭਾਵੇਂ ਕੋਈ ਸਾਧਕ ਆ, ਭਾਵੇਂ ਕੋਈ ਗ੍ਰਸਤੀ ਆ, ਤੇ ਭਾਵੇਂ ਕੋਈ ਜੋਗੀ ਆ, ਤਜ ਗਏ। ਉਹ ਵੀ ਆ ਸਰੀਰ ਨੂੰ ਛੱਡ ਗਏ, ਤਜ ਗਏ ਘਰ-ਬਾਰ ਰਹਾ।
ਹੁਣ ਸਾਨੂੰ ਦਿਖਾਇਆ ਕੀ ਆ, ਸਮਝਾਇਆ ਕੀ ਆ, ਪਾਤਸ਼ਾਹ ਨੇ ਕਿਹਾ ਕੀ ਆ, ਕਹਿੰਦੇ ਮੌਤ ਨੂੰ ਚੇਤੇ ਰੱਖ, ਮੌਤ ਨੂੰ ਨਾ ਭੁੱਲ। ਕਿਉਂ? ਕਿਉਂਕਿ ਮੌਤ ਨੂੰ ਚੇਤੇ ਰੱਖਣਾ ਤੇਰੇ ਲਈ ਬਹੁਤ ਇੱਕ ਸੋਹਣਾ, ਇਉਂ ਕਹਿ ਲਈ ਫੁਰਨਾ ਗਾ, ਚੰਗਾ ਫੁਰਨਾ। ਪਰ ਸਾਡੀ ਦੁਨੀਆ ਮੌਤ ਨੂੰ ਚੇਤੇ ਰੱਖਣ ਦੀ ਬਜਾਏ ਉਹਨੂੰ ਕੋਸ਼ਿਸ਼ ਕਰਦੀ ਆ ਭੁੱਲਣ ਦੀ, ਵੀ ਮੌਤ ਨੂੰ ਭੁੱਲ ਜਾਵੋ, ਮੌਤ ਨੂੰ ਚੇਤੇ ਨਾ ਕਰੋ। ਮੌਤ ਨੂੰ ਚੇਤੇ ਰੱਖਣਾ ਗਲਤ ਹੈ, ਨਿਰਾਸ਼ਾਵਾਦੀ ਸੋਚ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਬਹੁਤ ਵਧੀਆ ਸੋਚ ਹੈ ਜੇ ਤੂੰ ਚੇਤੇ ਰੱਖਦਾ। ਕਿਉਂ? ਕਿਉਂਕਿ ਮੌਤ ਚੇਤੇ ਰੱਖਣ ਨਾਲ ਰੱਬ ਚੇਤੇ ਆਉਂਦਾ। ਫਿਰ ਪਾਤਸ਼ਾਹ ਜੀ ਕਹਿੰਦੇ ਤੂੰ ਡਰਦਾ ਕਿਉਂ ਆ? ਡਰਦਾ ਕਾਸ ਤੋਂ ਆ? ਕਿਉਂਕਿ ਡਰਨਾ ਇਹ ਤਾਂ ਛੱਡ ਗਏ ਘਰ-ਬਾਰ। ਇਹ ਤਾਂ ਇੱਥੇ ਦੁਨੀਆ ਦੇ ਵਿੱਚ ਕਿੰਨੀ ਮਹੰਤ ਸੰਤ ਧਰਮਾਤਮਾ ਲੋਕ, ਇਹ ਕੀ ਸੀ? ਕਹਿੰਦੇ ਸਾਰੀ, ਕਹਿੰਦੇ ਇਸ ਸਰੀਰ ਰੂਪੀ ਘਰ-ਬਾਰ ਨੂੰ ਛੱਡ ਕੇ ਚਲੇ ਗਏ। ਸਾਰੀ ਸਰੀਰ ਰੂਪੀ ਘਰ-ਬਾਰ ਛੱਡ ਕੇ ਚਲੇ ਗਏ। ਇੱਥੇ ਕੋਈ ਵੀ ਨਹੀਂ ਰਿਹਾ। ਤੂੰ ਨਿਗਾਹ ਮਾਰ ਕੇ ਰੱਖ, ਕੀ ਕਰਨਾ ਹੈ? ਆਪਣੇ ਵੱਲੋਂ ਨਿਗਾਹ ਮਾਰ ਕੇ ਦੇਖ। ਇੱਥੇ ਤਾਂ ਸਾਰੀ ਘਰ-ਬਾਰ ਛੱਡ ਗਏ ਭਾਈ, ਇੱਕ ਵੀ ਨਹੀਂ ਬਚਿਆ, ਇੱਕ ਵੀ ਨਹੀਂ ਬਚਿਆ ਇੱਥੇ। ਪਰ ਭਾਵ ਉਹਨਾਂ ਦੇ ਵਿੱਚ ਹੀ ਤੇਰਾ ਨੰਬਰ ਹੈ, ਉਹਨਾਂ ਦੇ ਵਿੱਚ ਹੀ ਸਾਡਾ, ਮਤਲਬ ਕਿ 13 ਨੰਬਰ ਹੈ। ਮਤਲਬ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖਾ ਦੇਹ ਦਾ, ਇਸ ਮਨੁੱਖਾ ਸਰੀਰ ਦਾ ਨੰਬਰ ਹੈ। ਛੱਡ ਗਏ ਘਰ-ਬਾਰ, ਫਿਰ ਤੂੰ ਡਰਨਾ। ਫਿਰ 9ਵੇਂ ਪਾਤਸ਼ਾਹ ਨੇ ਪਾਮੜੀ ਬਾਣੀ ਵਿੱਚ ਵੀ ਲਿਖਿਆ ਨਾ, ਪਾਤਸ਼ਾਹ ਜੀ ਕਹਿੰਦੇ ਚਿੰਤਾ ਤਾਂ ਕੀ ਕੀਜੀਐ, ਚਿੰਤਾ ਨਾ ਕਰ, ਡਰਨਾ। ਜੋ ਅਨਹੋਣੀ ਹੋਏ, ਜੋ ਅਨਹੋਣੀ, ਅਨਹੋਣੀ ਉਹ ਦੁਰਘਟਨਾ ਵਾਪਰੇ। ਕਿਹੜੀ? ਜਿਹੜੀ ਨੂੰ ਆਪਾਂ ਅਨਹੋਣੀ ਕਹਿ ਦਿੰਦੇ ਆ। ਕੋਈ ਚੜ੍ਹਾਈ ਕਰ ਗਿਆ ਨਾ, ਆਪਾਂ ਕਹਿੰਦੇ ਓਹ ਹੋ ਬੜਾ ਮਾੜਾ ਕੰਮ ਹੋਇਆ, ਅਨਹੋਣੀ ਹੋ ਗਈ ਫਲਾਣੇ। ਤਾਂ ਵੀ ਹੋਣ ਵਾਲੀ ਗੱਲ ਨਹੀਂ ਸੀ ਪਰ ਹੋ ਗਈ, ਅਨਹੋਣੀ ਹੋਏ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਆ ਮਾਰਗ ਆ ਨਾ ਜਿਹੜਾ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਗੁਰੂ ਪਾਤਸ਼ਾਹ ਜੀ ਕਹਿੰਦੇ ਇੱਥੇ ਸਦਾ ਥਿਰ ਰਹਿਣ ਵਾਲਾ ਕੋਈ ਵੀ ਨਹੀਂ ਹੈ। ਨਿਗਾਹ ਮਾਰ ਕੇ ਵੇਖ। ਬਸ ਸਾਨੂੰ ਸਮਝਾਇਆ ਕਿ ਆਪਾਂ ਇਸ ਗੱਲ ਨੂੰ ਸਮਝਣਾ। ਗੁਰੂ ਸਾਹਿਬ ਜੀ ਕਹਿੰਦੇ ਮੌਤ ਦੀ ਚਿੰਤਾ ਨਾ ਕਰ, ਮੌਤ ਦੀ ਚਿੰਤਾ ਨਾ ਕਰ। ਇਹ ਸਭ ਤੇ ਹੋਣੀ। ਚਿੰਤਾ ਤਾਂ ਕੀ ਕੀਜੀ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਤੇ ਆਪ ਜੀ ਨੂੰ ਪਤਾ ਹੈ, ਇੱਕੋ ਹੀ ਬੇਨਤੀ ਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਜਿਹੜਾ ਪ੍ਰਚਾਰ ਦਾ ਪੜਾਅ ਨਾ, ਪਹਿਲਾ ਪੜਾਅ ਉਹ ਸਿਵਿਆਂ 'ਚ ਕੀਤਾ ਸੀ, ਸ਼ਮਸ਼ਾਨ ਭੂਮੀ 'ਚ, ਕਬਰ ਸਥਾਨ 'ਚ। ਦੇਖੋ ਕਬਰਸਤਾਨ ਦੇ ਵਿੱਚ ਜਿਉਂਦੇ ਲੋਕ ਥੋੜੀ ਆ, ਮਰੇ ਲੋਕ ਆ। ਉੱਥੇ ਇੱਕ ਵੀ ਨਹੀਂ ਜਿਉਂਦਾ ਹੈ। ਜਿਹੜਾ ਜਾਂਦਾ, ਜਿਹਨੂੰ ਉੱਥੇ ਸਮੇਟਿਆ ਜਾਂਦਾ, ਜਿਹਨੂੰ ਉੱਥੇ ਦਫਨਾਇਆ ਜਾਂਦਾ, ਉਹ ਮਰਿਆ। ਦਫਨਾਉਣ ਵਾਲੇ ਜਿਉਂਦੇ ਨੂੰ ਵਾਪਸ ਪਰਤ ਆਉਂਦੇ ਆ, ਪਰ ਜਿਹੜਾ ਉੱਥੇ ਰਵੇਗਾ ਖਤਮ ਹੋਣਾ। ਭਾਵ ਗੁਰੂ ਨਾਨਕ ਸਾਹਿਬ ਨੇ ਆਪਣਾ ਉਪਦੇਸ਼, ਪਹਿਲਾ ਉਪਦੇਸ਼ ਪ੍ਰਚਾਰ, ਪਹਿਲਾ ਪ੍ਰਚਾਰਕ ਪੜਾਅ ਕਹਿ ਲਓ, ਸ਼ਮਸ਼ਾਨ ਭੂਮੀ ਦੇ ਵਿੱਚ ਕੀਤਾ। ਥੋੜਾ ਜਿਹਾ ਸੋਚੋ ਇੱਥੇ ਗਹਿਰੇ ਤਲ ਦੇ ਨਾਲ, ਜਿਹੜੀ ਗੱਲ ਆਪਾਂ ਇੱਥੇ ਬੋਲਤੀ ਨਾ, ਸ਼ਮਸ਼ਾਨ ਭੂਮੀ 'ਚ ਕੀਤਾ। ਦੇਖੋ ਜਿਹੜੀ ਗੱਲ ਆ ਨਾ, ਗੱਲ ਕੋਈ ਵੀ ਗੱਲ ਆ, ਜਿਹੜੀ ਗੱਲਬਾਤ ਆ ਉਹ ਜਿਉਂਦੇ ਬੰਦੇ ਨੂੰ ਸੁਣਾਈ ਜਾਂਦੀ ਆ। ਅਕਸਰ ਲੋਕ ਬਿਮਾਰਾਂ ਦੇ ਨਾਲ ਵੀ ਗੱਲਾਂ ਕਰਨੋਂ ਹਟ ਜਾਂਦੇ ਆ। ਬੰਦਾ ਬਿਮਾਰ ਹੋ ਗਿਆ ਨਾ, ਉਹਦੇ ਨਾਲ ਵੀ ਗੱਲਬਾਤ ਕਰਨੋਂ ਬੰਦਾ ਹਟ ਜਾਂਦਾ, ਬਿਮਾਰ ਹੋ ਗਿਆ।
ਛੱਡੋ ਖੜਾ, ਇਹ ਤੋਂ ਕੀ ਲੈਣਾ, ਆਪਣੀ ਭਾਵਨਾ। ਬਿਮਾਰਾਂ ਦੇ ਨਾਲ ਗੱਲਾਂ ਬਾਤਾਂ ਕਰਨੋਂ ਹਟ ਜਾਂਦੇ ਨੇ, ਪਰ ਸੋਚੋ ਮਰਿਆਂ ਦੇ ਨਾਲ ਤਾਂ ਗੱਲਾਂ ਜਮੀ ਨਹੀਂ ਹੁੰਦੀਆਂ। ਲੋਕਾਂ ਦਾ ਸੁਭਾਅ ਆ ਬੁੱਢਿਆਂ ਦੇ ਨਾਲ, ਬੁੱਢਿਆਂ ਦੀ ਅਵਸਥਾ ਕੀ ਬਣ ਗਈ, ਬਿਮਾਰਾਂ ਵਾਲੀ। ਉੱਚਾ ਸੁਣਨ ਲੱਗ ਗਿਆ, ਘੱਟ ਦਿਖਣ ਲੱਗ ਗਿਆ, ਬੋਲਣ 'ਚ ਜ਼ਬਾਨ ਤਤਲਾਉਣ ਲੱਗ ਗਈ। ਲੋਕ ਬਜ਼ੁਰਗਾਂ ਕੋਲੇ ਬੈਠਣੋਂ ਹਟ ਜਾਂਦੇ ਨੇ। ਆਪਦੇ ਪੋਤੇ ਪੋਤੀਆਂ ਪੁੱਤਰ ਧੀਆਂ ਕੋਲੇ ਨਹੀਂ ਬਹਿੰਦੀਆਂ ਨਾ, ਕਹਿੰਦੇ ਇਹ ਤਾਂ ਬਸ ਬਾਹਲੀ ਵੱਡੀ ਉਮਰ ਦਾ ਹੋ ਗਿਆ, ਇਹਦੇ ਕੋਲੇ ਕੀ ਬੈਠਣਾ ਗਾ। ਸੋਚੋ ਬੰਦੇ 'ਚ ਸਾਹ ਚੱਲ ਰਹੇ ਨੇ, ਬਜ਼ੁਰਗ ਮਾਂ ਕੋਲੇ, ਬਜ਼ੁਰਗ ਬਾਪ ਕੋਲੇ ਬੰਦਾ ਬੈਠਣੋਂ ਹਟ ਗਿਆ। ਕਹਿੰਦਾ ਛੱਡੋ ਇਹਦੇ ਨਾਲ ਗੱਲਾਂ ਮਾਰਨੀਆਂ, ਇਹਦੇ ਨਾਲ ਕੀ ਭਕਾਈ ਮਾਰਨੀ ਆ। ਮੁੰਡਾ ਤੁਰਿਆ ਹੁੰਦਾ ਨਾ, ਮੁੰਡਾ ਕੀ ਕਹਿੰਦਾ, ਇਹਦੇ ਨਾਲ ਕੀ ਭਕਾਈ ਮਾਰਨੀ ਹੈ। ਕਹਿੰਦਾ ਜੇ ਕੋਈ ਰਿਸ਼ਤੇਦਾਰ ਵੀ ਆ ਕੇ ਬਹਿ ਜੂ ਤਾਂ ਵੀ ਕੀ ਸ਼ਬਦ ਹੁੰਦਾ, ਬੋਲੀ ਹੁੰਦੀ ਆ, ਛੱਡੋ ਖੜਾ, ਇਹਦੇ ਨਾਲ ਕੀ ਭਕਾਈ ਮਾਰਨੀ, ਤੂੰ ਮੱਥਾ ਮਾਰੀ ਜਾਂਦੇ ਹੋ। ਲੈ ਦੇਖੋ ਗੱਲ ਸੱਚੀ ਬਣ ਗਈ ਨਾ। ਦੁਨੀਆ ਦੇ ਲੋਕ ਬਿਮਾਰਾਂ ਨਾਲ ਬਜ਼ੁਰਗਾਂ ਨਾਲ ਗੱਲਾਂ ਕਰਨੋਂ ਹਟ ਜਾਂਦੇ ਨੇ, ਸਿਆਣਿਆਂ ਨੂੰ ਛੱਡ ਕੇ। ਪਰ ਮਰੇ ਨਾਲ ਤਾਂ ਕੋਈ ਵੀ ਨਹੀਂ ਗੱਲਾਂ ਕਰਦਾ, ਮਰੇ ਨੂੰ ਤਾਂ ਕੋਈ ਵੀ ਨਹੀਂ ਕੁਝ ਸੁਣਾਉਂਦਾ, ਮਰਿਆਂ ਨੂੰ ਤਾਂ ਕੋਈ ਨਹੀਂ ਕੁਝ ਸੁਣਾਉਂਦਾ ਗਾ। ਪਰ ਸਦਕੇ ਜਾਈਏ, ਸਦਕੇ ਜਾਈਏ ਕਿਸ ਤੋਂ, ਧੰਨ ਗੁਰੂ ਨਾਨਕ ਤੋਂ ਸਦਕੇ ਜਾਣਾ ਪਊ ਨਾ। ਐਡੇ ਵੱਡੇ ਸੂਰਮੇ ਤੋਂ, ਯੋਧੇ ਤੋਂ, ਐਡਾ ਵੱਡਾ ਜਿਹਦੇ ਵਿੱਚ ਜ਼ਿੰਦਗੀ ਦਾ ਭਾਵ ਕਿੰਨਾ ਸੋਹਣਾ ਦੁਨੀਆ ਨੂੰ ਸਵਾਰਨ ਦਾ ਮਨੋਰਥ ਛੁਪਿਆ ਹੋਇਆ, ਉਸ ਧਰਮਾਤਮਾ ਤੋਂ, ਉਸ ਮਹਾਤਮਾ ਤੋਂ ਸਦਕੇ ਜਾਈਏ। ਸਦਕੇ ਜਾਣਾ ਪਊ ਨਾ। ਕਿਉਂ? ਕਿਉਂਕਿ ਉਸ ਪਰਮਾਤਮਾ ਦੇ ਬੰਦੇ ਨੇ ਜਿਹੜਾ ਖੁਦ ਪਰਮਾਤਮਾ ਦਾ ਰੂਪ ਹੈ, ਆਪ ਨਰੈਣ ਕਲਾਧਾਰ, ਜਿਹੜਾ ਆਪ ਖੁਦ ਨਰੈਣ ਦਾ ਰੂਪ ਹੈ, ਉਹਨੇ ਸਭ ਤੋਂ ਪਹਿਲਾਂ ਪ੍ਰਚਾਰਕ ਪਹਿਲਾ ਪੜਾਅ ਸ਼ਮਸ਼ਾਨ ਭੂਮੀ 'ਚ ਕੀਤਾ। ਸ਼ਮਸ਼ਾਨ ਭੂਮੀ 'ਚ ਮਰਿਆਂ 'ਚ ਕੀਤਾ ਗਾ। ਕੀ ਮਰਿਆਂ ਨੇ ਕੁਛ ਸੁਣਿਆ ਹੋ? ਕੀ ਮਰਿਆਂ ਨੇ ਕੁਝ ਸੁਣਿਆ ਹੋ? ਨਾ। ਕੀ ਮਰੇ ਕੁਝ ਬੋਲਦੇ ਨੇ? ਸੋਚੋ, ਮਰੇ ਬੋਲਦੇ ਨੇ? ਹਾਂ। ਮਰੇ ਸੁਣਦੇ ਨੇ? ਹਾਂ। ਪਹਿਲਾਂ ਆਪਾਂ ਸ਼ਬਦ ਕੀ ਵਰਤਿਆ, ਮਰੇ ਸੁਣਦੇ ਵੀ ਨਹੀਂ, ਮਰੇ ਬੋਲਦੇ ਵੀ ਨਹੀਂ। ਤੇ ਮਰੇ ਸੁਣਦੇ ਵੀ ਆ ਤੇ ਮਰੇ ਬੋਲਦੇ ਵੀ ਆ। ਜਿਹੜੇ ਸਿਵਿਆਂ 'ਚ ਲੋਕ ਆਪਾਂ ਮਚਾ ਜਾਂਦੇ ਨਾ, ਹੁਣ ਤੱਕ ਜਿੰਨੇ ਕੁ ਮਚਾ ਕੇ ਆਏ ਆ, 10 20 30 50 100 ਜਿੰਨੇ ਮਚਾ ਜਾਂਦੇ, ਮੇਰੇ ਨਾਲੋਂ ਤੁਹਾਡਾ ਤਜਰਬਾ ਵੱਧ ਆ। ਬੜਿਆਂ ਦੇ ਨਾਲ ਲੋਕ ਜਾਂਦੇ ਨੇ। ਮਰੇ ਬੰਦੇ ਪਿੱਛੇ ਇਕੱਠ ਕਰਨ ਦਾ ਭਾਵ ਇਹੀ ਹੁੰਦਾ ਗਾ ਵੀ ਜੋ ਕੁਝ ਮਰਿਆ ਬੰਦਾ ਬੋਲ ਰਿਹਾ ਨਾ, ਉਹਦੀ ਗੱਲ ਸੁਣ ਲਾ, ਉਹਦੀ ਗੱਲ ਸੁਣ ਲਾ। ਹੁਣ ਆਪਾਂ ਸਾਰੇ ਹੈਰਾਨ ਹੋਵਾਂਗੇ ਵੀ ਇੱਕ ਅੱਧਾ ਸੈਕਿੰਡ ਤਾਂ ਪਹਿਲਾਂ ਆਪਾਂ ਗੱਲ ਕਹੀਏ ਵੀ ਮਰਿਆ ਬੰਦਾ ਬੋਲਦਾ ਨਹੀਂ, ਸ਼ਮਸ਼ਾਨ ਭੂਮੀ 'ਚ ਮੱਚੇ ਬੰਦੇ, ਦੱਬੇ ਬੰਦੇ ਕਬਰਸਤਾਨ 'ਚ ਬੋਲਦੇ ਨਹੀਂ, ਨਾ ਸੁਣਦੇ ਨੇ। ਹੁਣ ਇੱਥੇ ਆਪਾਂ ਹੁਣੀ ਕੀ ਵਰਤ ਲਿਆ ਵੀ ਮਰੇ ਬੰਦੇ ਦੀ ਕੋਈ ਗੱਲ ਸੁਣ ਲਓ, ਮਰੇ ਦੀ, ਜਾਂ ਮਰੇ ਨੂੰ ਸੁਣਾ ਦਿਓ। ਹੁਣ ਅਸਲੀਅਤ ਕੀ ਆ, ਮਰਿਆ ਸੁਣਦਾ ਵੀ ਨਹੀਂ ਤੇ ਮਰਿਆ ਬੋਲਦਾ ਵੀ ਨਹੀਂ। ਮਰਿਆ ਸੁਣਦਾ ਵੀ ਹੈ ਤੇ ਮਰਿਆ ਬੋਲਦਾ ਵੀ ਹੈ। ਜੇ ਮਰਿਆ ਸੁਣਦਾ ਨਹੀਂ, ਮਰਿਆ ਬੋਲਦਾ ਨਹੀਂ, ਤਾਂ ਉਹ ਬਾਬੇ ਨਾਨਕ ਨੂੰ ਪੁੱਛਣਾ ਪਊ। ਜੇ ਮਰਿਆ ਸੁਣਦਾ ਹੈ ਤੇ ਮਰਿਆ ਬੋਲਦਾ ਵੀ ਹੈ, ਉਹ ਵੀ ਬਾਬੇ ਨਾਨਕ ਨੂੰ ਪੁੱਛਣਾ ਪਊ। ਇੱਕ ਗੱਲ ਇੱਥੇ ਧਿਆਨ ਦਿਓ, ਇਹ ਗੱਲ ਨੂੰ ਆਪਾਂ ਬਾਅਦ 'ਚ ਕਰਾਂਗੇ। ਹਜੇ ਆਪਾਂ ਇੱਥੇ ਰੁਕੇ ਹੋਏ ਆ। ਬਾਬਾ ਨਾਨਕ ਜਿੱਥੇ ਲੋਕ ਦੱਬੇ ਜਾਂਦੇ ਨਾ, ਮਰੇ ਹੋਏ ਲੋਕ, ਉਹਨਾਂ ਦੇ ਵਿੱਚ ਬਾਣੀ ਪੜ੍ਹਨ ਵਾ ਗੱਲ ਹੈ, ਉਹਨਾਂ 'ਚ ਬਾਣੀ ਪੜ੍ਹਨਾ ਕਮਾਲ ਦੀ ਗੱਲ ਆ, ਹਨਾ। ਪਰ ਇੱਥੇ ਵਿੱਚ ਦੀ ਆਪਾਂ ਗੱਲ ਕਵਾਂਗੇ, ਇੱਕ ਗੱਲ ਵਿੱਚ ਦੀ ਕਵਾਂਗੇ, ਕੋਈ ਵੀ ਕਿਸੇ ਤਰ੍ਹਾਂ ਦਾ ਮਨੁੱਖ ਹਸਪਤਾਲ ਦੇ ਵਿੱਚ ਡਾਕਟਰ ਦੇ ਬੈੱਡ ਤੇ ਜਾਨ ਨਿਕਲ ਗਈ, ਸਰੀਰ ਛੱਡ ਗਿਆ, ਮੁਰਦਾ ਦੇ ਹੋ ਗਈ, ਡੈਡ ਬੋਡੀ ਹੋ ਗਈ, ਡੈਡ ਬੋਡੀ ਹੋ ਗਈ ਨਾ, ਤੇ ਡਾਕਟਰ ਕੀ ਕਹਿੰਦਾ ਵੀ ਤੁਹਾਡਾ ਮਰੀਜ਼ ਬੋਲਣੋਂ ਹਟ ਗਿਆ, ਸ਼ੱਕ ਪੈਂਦੀ ਹੈ ਮਰ ਗਿਆ, ਲੈ ਜਾਓ ਉਹਨੂੰ।
ਲੈ ਜਾਓ, ਜੋ ਕਾਰਵਾਈ ਆ ਲੈ ਜਾਓ। ਅਸੀਂ ਕਹੀਏ ਡਾਕਟਰ ਸਾਹਿਬ ਤੂੰ ਆਓ ਕੈਨੇਡਾ, ਅਮਰੀਕਾ, ਦਿੱਲੀ, ਬੰਬੇ, ਤੂੰ ਬੜੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਨਾ, ਮੈਡੀਕਲ ਕਾਲਜਾਂ ਦੇ ਵਿੱਚ ਡਿਗਰੀਆਂ ਕਰਕੇ ਆਏ ਆ। ਡਿਗਰੀਆਂ ਆ ਤੇਰੇ ਕੋਲੇ ਡਿਗਰੀਆਂ ਬੋਲਦੀਆਂ, ਦੱਸਦੀਆਂ ਤੇਰੀਆਂ ਡਿਗਰੀਆਂ। ਸਾਨੂੰ ਨਹੀਂ ਪਤਾ ਸਾਡਾ ਮਰੀਜ਼ ਬੋਲਣ ਲਾ। ਇੰਨਾ ਪੜ੍ਹਿਆ ਲਿਖਿਆ ਡਾਕਟਰ, ਇੰਨਾ, ਬਸ ਇੰਨਾ। ਇੰਨੇ ਤੋਂ ਭਾਵ ਉਹਦੀ ਪੜ੍ਹਾਈ ਦੀ ਹੱਦ ਨਹੀਂ, ਕੋਈ ਹੱਦ ਨਹੀਂ ਪੜ੍ਹਾਈ ਦੀ। ਇੰਨਾ ਪੜ੍ਹਿਆ ਲਿਖਿਆ ਡਾਕਟਰ, ਪਰ ਮੁਰਦੇ ਸਰੀਰ ਦੀ ਨਾ ਤਾਂ ਗੱਲ ਸੁਣੇ ਤੇ ਨਾ ਮੁਰਦੇ ਸਰੀਰ ਨੂੰ ਸੁਣਾ ਸਕੇ। ਦੋਨੇ ਕੰਮ ਹੀ ਨਹੀਂ ਕਰ ਸਕਦਾ, ਨਾ ਤਾਂ ਮੁਰਦੇ ਦੀ ਸੁਣੇ ਤੇ ਨਾ ਮੁਰਦੇ ਨੂੰ ਸੁਣਾਵੇ। ਉਹ ਕਹਿੰਦਾ ਨਾ ਇਹ ਕਿਸੇ ਦੀ ਸੁਣਦਾ ਮੁਰਦਾ ਸਰੀਰ, ਡੈਡ ਬੋਡੀ, ਤੇ ਨਾ ਹੀ ਕਿਸੇ ਨੂੰ ਕੁਝ ਸੁਣਾ ਸਕਦਾ ਹੈ। ਦੋਨੇ ਕੰਮ ਹੀ ਨਹੀਂ ਕਰਦਾ। ਤੇ ਡਾਕਟਰ ਕਿੰਨਾ ਕੁ ਪੜ੍ਹਿਆ ਲਿਖਿਆ, ਹੱਦ ਨਹੀਂ ਕੋਈ, ਹੱਦ। ਦੇਖੋ ਜਿੱਥੇ ਆਪਾਂ ਕਹਿੰਦੇ ਨਾ ਬਾਬਾ ਨਾਨਕ, ਵੈਸੇ ਤਾਂ ਬਾਬਾ ਲਫ਼ਜ਼ ਬਹੁਤ ਵੱਡੀ ਪਦਵੀ ਹੈ, ਤੁਸੀਂ ਸਾਰੀਆਂ ਮੇਰੀਆਂ ਭੈਣਾਂ ਮੇਰੇ ਵੀਰ ਜਾਣਦੇ ਹੋ। ਪਰ ਜੇ ਆਪਾਂ ਇਉਂ ਵੀ ਕਹਿਦਾ ਕਰੀਏ ਨਾ, ਇਉਂ ਵੀ ਕਹਿਦਾ ਕਰੀਏ ਡਾਕਟਰ ਨਾਨਕ ਸਾਹਿਬ, ਡਾਕਟਰ, ਡਾਕਟਰ ਦੀ ਡਿਗਰੀ ਬਹੁਤ ਵੱਡੀ ਆ ਨਾ। ਜਿਵੇਂ ਬਾਬੇ ਦੀ ਡਿਗਰੀ ਤਾਂ ਧਾਰਮਿਕ ਜਗਤ ਵਿੱਚ ਆ, ਤੇ ਡਾਕਟਰ ਦੀ ਡਿਗਰੀ ਸਮਾਜਿਕ ਜਗਤ, ਪੂਰੇ ਦੁਨੀਆ ਦੇ ਵਿੱਚ ਆ। ਜਿਹੜਾ ਕੋਈ ਬਹੁਤ ਜ਼ਿਆਦਾ ਪੜ੍ਹ ਲਿਖੇ ਚੰਗੀਆਂ ਡਿਗਰੀਆਂ ਪ੍ਰਾਪਤ ਕਰ ਜੇ ਨਾ, ਉਹਨੂੰ ਅਕਸਰ ਹੀ ਆਪਣੇ ਸਮਾਜ ਦੇ ਵਿੱਚ ਇੱਕ ਇਹ ਡਿਗਰੀ ਮਿਲ ਜਾਂਦੀ ਆ, ਡਾਕਟਰ ਸਾਹਿਬ ਕਹਿਣ ਲੱਗ ਜਾਂਦੇ ਲੋਕ। ਇੱਕ ਤਾਂ ਪਿੰਡਾਂ 'ਚ ਡਾਕਟਰ, ਹਸਪਤਾਲਾਂ 'ਚ ਉਹ ਡਾਕਟਰ ਨਹੀਂ, ਉੱਦਾਂ ਹੀ ਉਹਨਾਂ ਦੀ ਪੜ੍ਹਾਈ, ਉਹਨਾਂ ਦੀ ਡਿਗਰੀ, ਉਹਨਾਂ ਦੀ ਕੁਆਲਿਟੀ ਵੇਖ ਕੇ ਉਹਨਾਂ ਦੇ ਨਾਮ ਅੱਗੇ ਡਾਕਟਰ ਪੈ ਜਾਂਦਾ। ਭਾਵੇਂ ਕਿੱਤੇ ਵਜੋਂ ਜੋ ਮਰਜ਼ੀ ਕੰਮ ਕਰਦੇ ਆ, ਪੜ੍ਹਾਉਣ ਦਾ, ਲਿਖਾਉਣ ਦਾ, ਕੋਈ ਹੋਰ ਕਿਸੇ ਤਰ੍ਹਾਂ ਦਾ, ਪਰ ਉਹਨਾਂ ਅੱਗੇ ਡਾਕਟਰ ਪੈ ਜਾਂਦਾ। ਇਵੇਂ ਜਿਵੇਂ ਆਪਾਂ ਵੀ ਗੁਰੂ ਨਾਨਕ ਸਾਹਿਬ ਨੂੰ ਡਾਕਟਰ ਕਹਿ ਦੇਵਾਂਗੇ, ਕੋਈ ਅੱਤ ਕਥਨੀ ਨਹੀਂ ਹੈ। ਸਾਡਾ ਡਾਕਟਰ ਬਾਬਾ ਨਾਨਕ, ਡਾਕਟਰ ਦੀ ਪਦਵੀ ਲਾ ਦਾਂ, ਕੋਈ ਵੱਡੀ ਗੱਲ ਨਹੀਂ। ਕਿਉਂ? ਕਿਉਂਕਿ ਜਿਹੜਾ ਬਾਬਾ ਨਾਨਕ ਡਾਕਟਰ ਆ ਨਾ, ਇਹਨੇ ਤਾਂ ਡਿਗਰੀਆਂ ਕੀਤੇ ਹੋਏ ਡਾਕਟਰਾਂ ਦੀ ਬੋਲੀ ਬੰਦ ਕਰਤੀ, ਉਹਨਾਂ ਦੀ ਜ਼ੁਬਾਨ ਬੰਦ ਕਰਤੀ। ਹੁਣ ਡਾਕਟਰ ਦੀ ਕੋਈ ਜ਼ੁਬਾਨ ਬੰਦ ਕਰ ਸਕਦਾ? ਹਾਂ, ਜੇ ਤਾਂ ਕੋਈ ਡਾਕਟਰ ਰਿਸ਼ਵਤ ਲੈਂਦਾ ਫੜਿਆ ਜਾਵੇ ਫਿਰ ਤਾਂ ਸਾਡਾ ਕੋਈ ਸਿੱਕਾ ਚੱਲ ਸਕਦਾ, ਸਾਡੀ ਕੋਈ ਦਾਅ ਲੱਗ ਸਕਦੀ ਆ ਉਹਨੂੰ ਨੀਵਾਂ ਝੁਕਾਉਣ ਦੀ। ਤੇ ਪਰ ਜੇ ਡਾਕਟਰ ਮੂਹਰੋਂ ਇਸ ਤਰ੍ਹਾਂ ਦਾ ਨਹੀਂ ਹੈ ਤਾਂ ਉਹਦੀ ਬੋਲਤੀ ਬੰਦ ਕਰਾਉਣੀ ਬਹੁਤ ਵੱਡੀ ਗੱਲ ਆ। ਪਰ ਸਦਕੇ ਜਾਈਏ ਗੁਰੂ ਨਾਨਕ ਸਾਹਿਬ ਤੋਂ, ਇਹਨੇ ਵੱਡੇ ਵੱਡੇ ਪੜ੍ਹੇ ਲਿਖੇ ਡਿਗਰੀ ਮੈਨਾਂ ਦੀ ਨਾ ਬੋਲਤੀ ਬੰਦ ਕਰਤੀ, ਬੋਲੀ ਆਵਾਜ਼ ਬੰਦ ਕਰਤੀ। ਕਿਉਂ ਤੇ ਕਿਵੇਂ? ਇਸ ਕਰਕੇ ਜਿਹੜੀ ਗੱਲ ਬਾਬਾ ਨਾਨਕ ਕਹਿ ਰਿਹਾ ਹੈਗਾ, ਉਹਦਾ ਜਵਾਬ ਕਿਸੇ ਡਾਕਟਰ ਕੋਲੇ ਨਹੀਂ। ਉਹ ਕੰਮ ਕੋਈ ਡਾਕਟਰ ਨਹੀਂ ਕਰ ਸਕਦਾ, ਉਹ ਕੰਮ ਕੋਈ ਦੁਨੀਆ ਦਾ ਸੰਤ ਤੇ ਮਹੰਤ ਵੀ ਨਹੀਂ ਕਰ ਸਕਦਾ। ਹੁਣ ਬਾਬੇ ਨਾਨਕ ਦਾ ਜੋਗੀਆਂ ਨਾਲ ਵਾਹ ਪਿਆ, ਸਿੱਧਾਂ ਨਾਲ, ਸਾਧਕਾਂ ਨਾਲ, ਕਿੰਨਿਆਂ ਨਾਲ ਵਾਹ ਪਿਆ। ਹੁਣ ਆਹ ਗੱਲ ਜੇ ਬਾਬਾ ਨਾਨਕ ਉਹਨਾਂ ਕੋਲੇ ਜਾ ਕੇ ਰੱਖੇ, ਤੁਸੀਂ ਮੁਰਦੇ ਨੂੰ ਬੁਲਾਓ, ਬੁਲਾਓ ਉਹਨੂੰ, ਉਹ ਬੋਲਦਾ। ਜੇ ਉਹ ਬੋਲਦਾ ਉਹਦੀ ਗੱਲ ਵੀ ਸੁਣੋ। ਸਿੱਧ, ਸਾਧਕ, ਜੋਗੀ, ਜਤੀ, ਤਪੀ, ਸੰਨਿਆਸੀ, ਸਰੇਵੜੇ ਜਿੰਨੇ ਵੀ ਨੇ ਸਾਰੇ ਕਹਿੰਦੇ ਇਹ ਕੰਮ ਕਿਵੇਂ ਹੋ ਸਕਦਾ ਭਲਾ? ਨਾ ਮੁਰਦਾ ਬੋਲੇ, ਨਾ ਮੁਰਦਾ ਸੁਣਾਵੇ, ਕੁਛ ਨਾ ਸੁਣੇ, ਉਹ ਨਹੀਂ ਇਹ ਕੰਮ ਕਰਦਾ। ਬਾਬਾ ਨਾਨਕ ਕਹਿੰਦਾ ਫਿਰ ਚੰਗਾ ਹੱਥ ਖੜੇ ਕਰ ਦੋ ਵੀ ਇਹ ਕੰਮ ਕਰਦਾ ਨਹੀਂ, ਮੈਂ ਬੁਲਾ ਕੇ ਦਿਖਾਉਣਾ। ਫਿਰ ਮੁਰਦੇ ਨੂੰ ਮੈਂ ਬੁਲਾ ਦਿੰਦਾ। ਗੁਰਬਾਣੀ ਵਿੱਚ ਬੜੀਆਂ ਟੂਕਾਂ ਆਈਆਂ ਮੁਰਦੇ ਨੂੰ ਬੁਲਾਉਣ ਦੀਆਂ। ਬਾਬੇ ਨਾਨਕ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਖੀਆਂ ਬਾਬੇ ਨਾਨਕ ਨੇ ਫਲਾਣੇ ਥਾਂ ਤੇ ਮਰਿਆ ਬੰਦਾ ਜਿਉਂਦਾ ਕਰਤਾ। ਨਾ, ਕਿਤੇ ਵੀ ਨਹੀਂ ਕੀਤਾ। ਮਰਿਆ ਬੰਦਾ ਬਾਬੇ ਨਾਨਕ ਨੇ ਕਿਤੇ ਵੀ ਨਹੀਂ ਜਿਉਂਦਾ ਕੀਤਾ। ਹਾਂ, ਮਰੇ ਹੋਏ ਬੰਦੇ ਦੀ ਬੋਲਤੀ, ਉਹਦੀ ਆਵਾਜ਼ ਨੂੰ ਬਾਬੇ ਨਾਨਕ ਨੇ ਸੁਣਿਆ, ਆਪਣੀ ਆਵਾਜ਼ ਉਹਨੂੰ ਸੁਣਾਈ, ਉਹਨੂੰ ਆਪਣੀ ਆਵਾਜ਼ ਸੁਣਾਈ। ਕਿਵੇਂ? ਤੇ ਉਹਦੀ ਸੁਣੀ ਕਿਵੇਂ? ਇਹ ਇਉਂ ਸੁਣੀ ਆ ਤੇ ਇਉਂ ਸੁਣਾਈ ਆ। ਕਿਵੇਂ? ਮੁਰਦਾ ਸਰੀਰ ਬੋਲ ਰਿਹਾ ਕੀ? ਜੋ ਇੱਥੇ ਪੰਜਵੇਂ ਪਾਤਸ਼ਾਹ ਨੇ ਲਿਖਿਆ ਕੀ ਸੀਗਾ? ਸੁਣ ਮੇਰੀ ਮਨਸਾ। ਮੁਰਦਾ ਸਰੀਰ ਸਾਡੀ ਜ਼ੁਬਾਨ ਤੋਂ ਕੰਮ ਲਊਗਾ, ਉਹਦੀ ਜ਼ੁਬਾਨ ਬੰਦ ਹੋ ਗਈ। ਨਿਆਣਾ ਨਾ, ਬੱਚਾ ਨਿਆਣਾ ਗਾ, ਕੁਝ ਵੀ ਬੋਲਣ ਨਹੀਂ ਜਾਣਦਾ। ਪਰ ਬੱਚਾ ਨਿਆਣਾ ਬੋਲਣ ਕੁਝ ਨਹੀਂ ਜਾਣਦਾ, ਸੁਣਨ ਕੁਝ ਨਹੀਂ ਜਾਣਦਾ।
ਬੱਚੇ ਦੀ ਮਾਂ ਬੱਚੇ ਦੀ ਆਵਾਜ਼ ਨਿਕਲ ਨਹੀਂ ਰਹੀ ਤਾਂ ਵੀ ਸੁਣ ਰਹੀ ਆ। ਬੱਚਾ ਕਿਸੇ ਦੀ ਆਵਾਜ਼ ਨੂੰ ਸੁਣ ਨਹੀਂ ਸਕਦਾ, ਮਤਲਬ ਉਹਨੂੰ ਕੋਈ ਪਤਾ ਨਹੀਂ ਕੌਣ ਕੀ ਬੋਲੀ ਜਾਂਦਾ, ਭਾਵੇਂ ਗਾਲਾਂ ਕੱਢੀ ਜਾਓ ਭਾਵੇਂ ਬਾਣੀ ਪੜ੍ਹੀ, ਉਹਨੂੰ ਕੋਈ ਮਤਲਬ ਨਹੀਂਗਾ। ਪਰ ਬੱਚੇ ਦੀ ਮਾਂ ਬੱਚੇ ਨੂੰ ਕੁਝ ਸੁਣਾ ਵੀ ਦਿੰਦੀ ਆ। ਜਿਵੇਂ ਆਪਣੀ ਆਮ ਹੀ ਕਹਾਵਤ ਆ, ਗੂੰਗੀ ਦੀ ਮਾਂ ਗੂੰਗੀ ਦੀਆਂ ਰਮਜਾਂ ਜਾਣੇ। ਆਮ ਹੀ ਕਹਾਵਤ ਆ ਨਾ। ਇਹ ਬਾਬੇ ਨਾਨਕ ਦੇ ਹਿੱਸੇ ਕੰਮ ਆਇਆ, ਮੁਰਦਿਆਂ ਦੀ ਆਵਾਜ਼ ਬਾਬਾ ਨਾਨਕ ਹੀ ਜਾਣੇ। ਤੇ ਹੁਣ ਪਾਤਸ਼ਾਹ ਜੀ ਕਿਵੇਂ ਕਹਿੰਦੇ ਨੇ, ਮੁਰਦਾ ਇਉਂ ਬੋਲਦਾ ਭਾਈ ਆਹ ਤਰੀਕੇ ਨਾਲ, ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ। ਪਹਿਲਾਂ ਤਾਂ ਤੂੰ ਸੱਚ ਦਾ ਆਸ਼ਿਕ ਹੋ। ਜਦੋਂ ਸੱਚ ਦੇ ਆਸ਼ਿਕ ਹੋ ਗਏ ਨਾ, ਫਿਰ ਮੁਰਦੇ ਦੇ ਹੱਥ ਬੋਲੀ ਜਾਂਦੇ ਆ, ਉਹ ਕਹਿੰਦਾ ਖਾਲੀ ਹੱਥ ਨੇ। ਮੁਰਦੇ ਦੇ ਪੈਰ ਬੋਲੀ ਜਾਂਦੇ ਨੇ, ਆਹ ਦੇਖ ਲਓ ਜਿੱਧਰ ਕੱਲ ਜਾਂਦੇ ਸੀ ਨਾ ਉਧਰ ਜਾਣੋਂ ਹਟ ਗਏ। ਮੁਰਦੇ ਦੀਆਂ ਅੱਖਾਂ ਬੋਲੀ ਜਾਂਦੀਆਂ, ਕੱਲ ਮੈਂ ਲੋਕਾਂ ਕੰਨੀ ਅੱਖਾਂ ਟੱਡ ਟੱਡ ਵੇਖਦਾ ਸੀ, ਸੋਹਣੀਆਂ ਧੀਆਂ ਬੰਨੀ ਸੋਹਣੇ ਪੁੱਤਾਂ ਬੰਨੀ ਗਲਤ ਨਿਗਾਹ ਝਾਕਦਾ ਸੀ। ਕੱਲ ਮੈਂ ਲੋਕਾਂ ਦੇ ਧਨ ਤੇ ਗਲਤ ਝਾਕਦਾ ਸੀ, ਅੱਜ ਮੇਰੀਆਂ ਅੱਖਾਂ ਬੰਦ ਨੇ, ਅੱਖਾਂ ਹੀ ਬੋਲੀ ਜਾਂਦੀਆਂ ਮੁਰਦੇ ਦੀਆਂ। ਮੁਰਦੇ ਦੇ ਸਾਰੇ ਸਰੀਰ ਦੇ ਅੰਗ ਬੋਲ ਰਹੇ ਨੇ, ਬਸ ਇੰਨੀ ਕਾਫੀ ਆ, ਇੰਨੀ ਕਾਫੀ ਹੈ ਨਾ, ਉਹ ਬੋਲ ਰਹੇ ਨੇ। ਉਹਨਾਂ ਦੀ ਆਵਾਜ਼ ਨੂੰ ਸੁਣੂ ਕੌਣ? ਦਾਨਾ ਪੁਰਖ, ਜਿਹੜਾ ਇਕੱਠ ਮਗਰ ਕੀਤਾ। ਅੱਛਾ, ਮੁਰਦੇ ਨੂੰ ਭਾਵੇਂ ਕੋਈ ਇੱਕ ਬੰਦਾ ਮਚਾ ਦੇ ਤਾਂ ਵੀ ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਪਰ ਸਾਡੇ ਲੋਕ ਕਹਿੰਦੇ ਆ ਲੈ ਇਕੱਲੇ ਨਹੀਂ ਮਚਾਤੀ, ਕਹਿੰਦੇ ਨੇ, ਪਰ ਭਾਵੇਂ ਮਚਾ ਦੋ ਇੱਕ, ਕੋਈ ਚੱਕਰ ਨਹੀਂਗਾ। ਭਾਵੇਂ 100 ਮਚਾ ਦੋ ਤੇ ਭਾਵੇਂ 1000 ਮਚਾ ਦੋ, ਪਰ ਉਹਦਾ ਪਿੱਛੇ ਕਾਰਨ ਕੀ ਹੁੰਦਾ? ਜਿੰਨੇ ਮੁਰਦੇ ਪਿੱਛੇ ਜਾਵਾਂਗੇ ਸਾਰਿਆਂ ਨੂੰ ਮਾੜੀ ਮੋਟੀ ਉੱਥੋਂ ਗੱਲ ਸਿੱਖ ਲੈਣੀ ਚਾਹੀਦੀ ਆ। ਪਰ ਮੈਨੂੰ ਇਉਂ ਮਹਿਸੂਸ ਹੁੰਦਾਗਾ, ਬਾਕੀ ਤੁਸੀਂ ਸਿਆਣੇ ਹੋ, ਆਪਣੇ ਅੰਕੜੇ ਆਪ ਕੱਢ ਲਿਓ। ਮੁਰਦੇ ਪਿੱਛੇ ਜਾਣਾ ਵੀ ਅੱਜ ਸੁਗਲ ਬਣ ਗਿਆ। ਬੁਰਾ ਨਾ ਮਨਾਓ ਜਿਹੜੀ ਗੱਲ ਆਪਾਂ ਇੱਥੇ ਬੋਲੀ ਆ। ਮੁਰਦੇ ਸਰੀਰ ਪਿੱਛੇ ਜਾਣਾ, ਕਬਰਸਤਾਨ ਸ਼ਮਸ਼ਾਨ ਭੂਮੀ ਤੱਕ ਜਾਣਾ ਅੱਜ ਕੀ ਬਣ ਗਿਆ? ਸੁਗਲ ਬਣ ਗਿਆ, ਸੁਗਲ। ਚੱਲ ਵਗ ਚੱਲ ਭੈਣੇ, ਤਾਂ ਕੀ ਹੁੰਦਾ, ਚੱਲ ਕੱਢੇ ਆਉਣੇ ਗੇੜਾ, ਲੱਗ ਗੇੜਾ ਕੱਢਣ ਨੂੰ ਮੇਲੇ ਗੇੜਾ ਕੱਢ ਕੇ ਆਉਣਾਗਾ। ਸੁਣ ਕੇ ਦੇਖੋ ਗੱਲ ਆਪਣੇ ਆਪ ਦੀ। ਅੱਛਾ, ਜੇ ਗੁਰੂ ਦੀ ਗੱਲ ਸੁਣਨੀ ਆ, ਉਹ ਕਹਿੰਦਾ ਮੁਰਦਾ ਤੇਰਾ ਅੱਜ ਟੀਚਰ ਆ। ਇਦੋਂ ਪਹਿਲਾਂ ਭਾਵੇਂ ਇਹਨੇ ਠੱਗੀਆਂ ਮਾਰੀਆਂ, ਭਾਵੇਂ ਧੋਖਾ ਕੀਤਾ, ਭਾਵੇਂ ਸ਼ਰਾਬਾਂ ਪੀਤੀਆਂ, ਭਾਵੇਂ ਜੋ ਮਰਜ਼ੀ ਗੰਦੇ ਕੰਮ ਕੀਤੇ ਨੇ, ਪਰ ਅੱਜ ਮੁਰਦੇ ਦੇ ਸਰੀਰ 'ਚੋਂ ਆਵਾਜ਼ ਆ ਰਹੀ ਹੈ। ਜੇ ਗੰਦੇ ਕੰਮ ਕੀਤੇ ਨੇ ਤਾਂ ਵੀ, ਜੇ ਚੰਗੇ ਕੰਮ ਕੀਤੇ ਨੇ ਤਾਂ ਵੀ, ਚੰਗੇ ਕੀਤੇ ਨੇ ਤਾਂ ਵੀ ਮੁਰਦਾ ਕਹਿੰਦਾ ਚੰਗੇ ਕਰੀ, ਆਹ ਦੇਖ। ਜੇ ਮਾੜੇ ਕੀਤੇ ਨੇ ਤਾਂ ਵੀ ਬੋਲ ਰਿਹਾ ਮਾੜੇ ਕੰਮ ਕਰਨ ਵਾਲਿਆ, ਉਹ ਜਾਂਦਾ ਖਾਲੀ ਹੱਥ। ਮਾੜਾ ਵੇਖਣ ਵਾਲਿਆ, ਉਹ ਅੱਖਾਂ ਬੰਦ ਹੋ ਗਈਆਂ। ਮਾੜੀ ਬੋਲੀ ਬੋਲਣ ਵਾਲਿਆ, ਬੋਲਤੀ ਬੰਦ ਹੋ ਗਈ। ਅੱਜ ਕਹਿੰਦਾ ਨਾ ਬੰਦਾ ਮੇਰਾ ਮੂੰਹੋਂ ਨਿਕਲੀ ਕੋਈ ਵੀ ਗੱਲ ਕਾਨੂੰਨ ਆ, ਜੋ ਮੈਂ ਕਰਦਾ ਸਹੀ ਕਰਦਾ, ਬਾਕੀ ਤਾਂ ਤੁਰੇ ਫਿਰਦੇ ਨੇ। ਅੱਜ ਬੋਲ ਕੇ ਦਿਖਾ ਬਾਬਾ ਨਾਨਕ ਕਹਿੰਦਾ। ਆਹ ਗੱਲਾਂ ਮੁਰਦੇ ਦੀਆਂ ਸੁਣਨੀਆਂ ਹੁੰਦੀਆਂ ਨੇ, ਪਿੱਛੇ ਜਾਣ ਵਾਲੇ ਬੰਦਿਆਂ ਨੇ, ਪਿੱਛੇ ਜਾਣ ਵਾਲੇ ਲੋਕਾਂ ਨੇ। ਉਹਦਾ ਹੋਰ ਤੀਜਾ ਕੋਈ ਮਤਲਬ ਨਹੀਂ ਹੈ। ਜੇ ਤੀਜਾ ਕੋਈ ਮਤਲਬ ਆ, ਮੇਰੀਆਂ ਸਤਿਕਾਰਯੋਗ ਵੱਡੀ ਉਮਰ ਦੀਆਂ ਮਾਵਾਂ ਵੀ ਬੈਠੀਆਂ, ਵੀਰ ਵੀ ਨੇ, ਭਰਾ ਜੋ ਵੀ ਬਜ਼ੁਰਗ ਨੇ, ਇਹ ਗੱਲ ਦਾ ਜ਼ਰੂਰ ਮੈਨੂੰ ਜਵਾਬ ਦੇ ਜੋ ਤੁਸੀਂ ਬਾਅਦ 'ਚ, ਵੀ ਮੁਰਦੇ ਪਿੱਛੇ ਇਕੱਠ ਦਾ ਮਗਰ ਜਾਣ ਦਾ ਮਤਲਬ ਕੀ ਹੁੰਦਾ? ਪ੍ਰਸ਼ਨ ਹੈ। ਤੁਹਾਨੂੰ ਪਤਾ ਹੋ, ਤੁਹਾਡਾ ਤਜਰਬਾ ਵੱਧ ਜਾਂਦੇ ਆਪਾਂ, ਹਰੇਕ ਦੁੱਖ ਦੇ ਸੁੱਖ ਦੇ ਥਾਂ ਜਾਂਦੇ ਆ, ਪਰ ਜ਼ਰੂਰ ਦੱਸ ਕੇ ਜਾਇਓ। ਪਰ ਬਾਬੇ ਨਾਨਕ ਨੇ ਦੱਸਤਾ ਵੀ ਮੁਰਦਾ ਅੱਜ ਤੁਹਾਡਾ ਟੀਚਰ ਆ। ਭਾਵੇਂ ਇਦੋਂ ਪਹਿਲਾਂ ਉਹਨੇ ਨਸ਼ਾ ਵੇਚਿਆ, ਜੇ ਨਸ਼ਾ ਵੇਚਿਆ ਨਾ, ਨਸ਼ਾ ਵੇਚਣ ਵੇਲੇ ਕਹਿੰਦਾ ਸੀਗਾ ਚੱਕ ਦਾਂਗੇ ਫੱਟੇ, ਸਰਕਾਰ ਆਪਣੀ, ਸਰਪੰਚ ਆਪਣਾ, ਪੁਲਿਸ ਆਪਣੀ। ਤੇ ਹੁਣ ਮੁਰਦਾ ਬੋਲੀ ਜਾਂਦਾ, ਕੀ ਬੋਲਦਾ? ਕੋਈ ਨਹੀਂ ਕੰਮ ਆਉਂਦਾ, ਇਕੱਲਾ ਹੀ ਜਾਣਾ, ਕੋਈ ਨਹੀਂ ਕੰਮ ਆਇਆ। ਜਿਨ੍ਹਾਂ ਤੇ ਭਾਵ ਦਾਵਾ ਕੀਤਾ ਨੇ ਵੀ ਆਹ ਕੰਮ ਆਉਣਗੇ ਮੇਰੇ, ਕੋਈ ਨਹੀਂ ਕੰਮ ਆਇਆ, ਜਾਨਾ ਇਕੱਲੇ ਹੀ। ਨਾ ਪੁਲਿਸ ਕੰਮ ਆਈ ਆ, ਨਾ ਕੋਈ ਪੰਚ ਸਰਪੰਚ ਕੰਮ ਆਇਆ, ਨਾ ਕੋਈ ਲੀਡਰ ਕੰਮ ਆਇਆ, ਨਾ ਕੋਈ ਸੰਤ ਮਹੰਤ ਕੰਮ ਆਇਆ। ਮੁਰਦਾ ਸਰੀਰ ਭਾਵੇਂ ਚੰਗੇ ਕੰਮ ਕਰਕੇ ਗਿਆ, ਭਾਵੇਂ ਮਾੜੇ ਕਰਕੇ, ਬੋਲਦਾ ਬਸ। ਉਹਨੂੰ ਸੁਣੂ ਕੌਣ? ਬਾਬੇ ਨਾਨਕ ਵਰਗੀ ਮਹਾਨ ਰੂਹ, ਜਾਂ ਇਉਂ ਕਹਿ ਲੋ ਬਾਬੇ ਨਾਨਕ ਦਾ ਆਸ਼ਿਕ ਹੋਇਆ ਜਿਹੜਾ, ਉਹੀ ਮੁਰਦੇ ਦੀ ਆਵਾਜ਼ ਨੂੰ ਸੁਣੂਗਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਆਪਣਾ ਪਹਿਲਾ ਪ੍ਰਚਾਰਕ ਪੜਾਅ ਸ਼ਮਸ਼ਾਨ ਭੂਮੀ 'ਚ ਇਸੇ ਕਰਕੇ ਕੀਤਾ ਸੀ, ਕਿਉਂਕਿ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਮਨੁੱਖ ਕਦੇ ਵੀ
ਚੋਰੀਆਂ ਨਾਲ, ਠੱਗੀਆਂ ਨਾਲ, ਬੇਈਮਾਨੀਆਂ ਨਾਲ, ਝੂਠ ਨਾਲ ਸਮਝੌਤਾ ਨਹੀਂ ਕਰਦਾ। ਉੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਨਾ, ਝੂਠ ਕਾਹਨੂੰ ਬੋਲਣਾ, ਮਰਤਾ ਜਾਣਾ ਹੀ ਆ। ਚੋਰੀਆਂ ਕਾਹਨੂੰ ਕਰਨੀਆਂ ਨੇ, ਮਰਤਾ ਜਾਣਾ ਹੀ ਆ। ਜੇ ਮਾਰੀ ਜਾਣਾ ਸੱਚ ਬੋਲ, ਮਾਰੀ ਜਾਣਾ ਚੋਰੀਆਂ ਛੱਡ ਦੇ। ਸੱਚ ਬੋਲਿਆ ਨਾ। ਫਿਰ ਬਾਬੇ ਨਾਨਕ ਨੇ ਫਿਰ ਉੱਥੇ ਬੈਠ ਕੇ ਪਹਿਲਾ ਪੜਾ ਕੀਤਾ। ਕਹਿਣ ਤੋਂ ਭਾਵ ਆਪਾਂ ਗੱਲ ਕੀਤੀ ਸੀ ਵਿਅੰਗ ਦੇ ਵਿੱਚ ਵੀ ਬਾਬੇ ਨਾਨਕ ਨੇ ਪਹਿਲੀ ਕਥਾ ਮੁਰਦਿਆਂ ਨੂੰ ਸੁਣਾਈ ਤੇ ਮੁਰਦਿਆਂ ਤੋਂ ਸੁਣੀ, ਮੁਰਦੇ ਬੋਲ ਪਏ। ਤੇ ਦੂਜਾ ਪੱਖ ਆਪਾਂ ਥੋੜਾ ਜਿਹਾ ਵਿਅੰਗਮ ਹੀ ਕੱਸ ਲੋ। ਮੁਰਦਿਆਂ ਨੇ ਤਾਂ ਕੀ ਬੋਲਣਾ ਤੇ ਕੀ ਸੁਣਨਾ, ਕੀ ਸੁਣਾਉਣਾ, ਉਹਦੇ ਵਾਲੀ ਅੱਖ ਤਾਂ ਸਾਡੀ ਹੈ ਹੀ ਨਹੀਂ। ਉਹਨਾਂ ਨੂੰ ਸੁਣਨ ਵਾਲੀ ਸਾਡੀ ਕੰਨ ਤਾਂ ਹੈ ਹੀ ਨਹੀਂ। ਉਹਨਾਂ ਦੀ ਆਵਾਜ਼ ਨੂੰ ਕੈਚ ਕਰਨ ਵਾਲੀ ਸਾਡੀ ਸੁਰਤ ਤਾਂ ਹੈ ਹੀ ਨਹੀਂ। ਗੱਲ ਖਤਮ ਆ ਨਾ। ਪਰ ਸੱਚ ਜਾਣਿਓ, ਅੱਜ ਦਾ ਸਰੀਰ ਜਿਉਂਦਾ ਜਾਗਦਾ ਸਰੀਰ ਆ, ਹੈ ਮੁਰਦਾ ਹੀ, ਹੈ ਮੁਰਦਾ ਹੀ। ਨਾ ਤਾਂ ਬੋਲਦਾ, ਨਾ ਕੁਝ ਸੁਣਦਾ, ਹੈ ਜਿਉਂਦਾ ਜਾਗਦਾ ਸਰੀਰ। ਜਿਉਂਦਾ ਹੀ ਤੁਰਿਆ ਫਿਰਦਾ ਧਰਤੀ ਤੇ, ਜਿਉਂਦਾ ਹੀ। ਇਹ ਮਰਿਆ ਨਹੀਂ ਹੈਗਾ ਗਾ, ਪਰ ਹੈ ਮਰਿਆਂ ਤੋਂ ਵੱਧ ਕੇ। ਸੁਣਦੇ ਹੀ ਨਹੀਂ ਕਿਸੇ ਦੀ, ਨਾ ਸੁਣਾਉਂਦਾ ਗਾ। ਅੱਛਾ, ਕੋਈ ਕਿਸੇ 5 7 20 ਬੰਦਿਆਂ ਦਾ 50 ਦਾ ਇਕੱਠ ਹੋਵੇ, ਇੱਕੋ ਹੀ ਬੋਲੀ ਜੂ, ਬਾਕੀ ਸਾਰੇ ਚੁੱਪ ਨੇ, ਮੁਰਦੇ ਬੈਠੇ ਨੇ ਬਾਕੀ। ਫਿਰ ਬਾਬਾ ਨਾਨਕ ਕਹਿੰਦਾ ਆਹ ਮੁਰਦਿਆਂ ਨੂੰ ਤਾਂ ਸੇਵਾ 'ਚ ਬੈਠੇ ਹੋਏ ਮੁਰਦੇ ਚੰਗੇ ਨੇ, ਜਿਹੜੇ ਸੁਣ ਵੀ ਲੈਂਦੇ ਨੇ ਤੇ ਜਿਹੜੇ ਸੁਣਾ ਵੀ ਦਿੰਦੇ ਨੇ। ਆਹ ਮੁਰਦਿਆਂ ਨੂੰ ਤਾਂ, ਜਿਹੜੇ ਮੁਰਦੇ ਨੂੰ 4 ਬੰਦੇ ਚੱਕੀ ਜਾਂਦੇ ਨਾ, ਉਹ ਵੀ ਬੋਲ ਰਿਹਾ ਜਾਂਦਾ ਜਾਂਦਾ, ਬੋਲੀ ਜਾਂਦਾ, ਉਹ ਚੁੱਪ ਕਰਕੇ ਨਹੀਂ ਜਾ ਰਿਹਾ, ਉਹ ਰੌਲਾ ਪਾਉਂਦਾ ਜਾਂਦਾ, ਪਰ ਉਹਦਾ ਰੌਲਾ ਸੁਣਨ ਦੀ ਗੱਲ ਆ ਗਈ ਇੱਥੇ ਵੀ ਆਪਾਂ ਉਹਦੀ ਗੱਲ ਨੂੰ ਸੁਣੀਏ ਕਿਵੇਂ। ਬਾਬਾ ਨਾਨਕ ਕਹਿੰਦਾ ਉਹ ਤਾਂ ਭਾਈ ਮੈਂ ਨਾ ਪਹਿਲੇ ਦਿਨ ਜਿਹਦੇ ਸੱਚ ਦਾ ਪ੍ਰਚਾਰ ਆਰੰਭਿਆ, ਮੈਂ ਤਾਂ ਸਿਵਿਆਂ 'ਚ ਜਾ ਕੇ ਗੱਲ ਸੁਣ ਕੇ ਵੀ ਆਇਆ ਤੇ ਸਿਵਿਆਂ 'ਚ ਗੱਲ ਸੁਣਾ ਕੇ ਵੀ ਆਇਆ। ਸੁਣਾ ਕੇ ਕੀ ਆਇਆ ਸੀ ਬਾਬਾ, ਹੁਣ ਇੱਥੇ ਗੱਲ ਪਹੁੰਚ ਗਈ ਆਪਣੀ। ਚੱਲ ਸੁਣ ਤਾਂ ਲੈਤੀ, ਸੁਣਾਇਆ ਕੀ ਸੀ? ਸੁਣਾਇਆ ਇਹੀ ਸੀ, ਸੁਣਾਇਆ ਇਹੀ ਸੀ, ਭਰਾ ਮੇਰਿਆ ਤੂੰ ਮਰ ਗਿਆ ਨਾ? ਕਹਿੰਦਾ ਹਾਂ। ਉਹ ਤਾਂ ਬੋਲ ਹੀ ਪਿਆ ਸੀ, ਮੈਂ ਵੀ ਮਰ ਜਾਊਂਗਾ। ਹੰਗਾਰਾ ਭਰਤਾ ਉਹਨੇ, ਅੰਦਰੇ ਅੰਦਰ ਹੀ ਹੰਗਾਰਾ ਭਰਤਾ। ਕਹਿੰਦਾ ਹਾਂ, ਤੂੰ ਕਿਹੜਾ ਰਹੇਗਾ ਜਦੋਂ ਮੈਂ ਵਗ ਗਿਆ? ਅੱਛਾ, ਮੈਂ ਵੀ ਮਰ ਜਾਊਂਗਾ ਤੇ ਫਿਰ ਮੈਂ ਅੱਜ ਤੋਂ ਬਾਅਦ ਮਾੜੇ ਕੰਮ ਨਹੀਂ ਕਰਦਾ। ਉਹ ਕਹਿੰਦਾ ਤੇਰੀ ਮਰਜ਼ੀ ਹੈ, ਮਾੜੇ ਕਰ ਨਾ ਕਰ, ਕਹਿੰਦਾ ਜਾਣਾ ਤੇ ਸਿਰਾ ਹੀ ਹੈ। ਹੁਣ ਇਹ ਗੱਲ ਕਿਹਦੇ ਨਾਲ ਹੋਈ? ਮੁਰਦੇ ਨਾਲ। ਇੱਥੇ ਪਾਤਸ਼ਾਹ ਨੇ ਲਿਖਿਆ ਕੀ ਸੀ? ਸਿੱਧ ਸਾਧਕ ਗਿਰਹੀ ਜੋਗੀ। ਇੱਥੇ 4 ਕੈਟਾਗਰੀਆਂ ਦਾ ਨਾਂ ਲੈਤਾ। ਚਲੋ ਉਹਦੇ ਵਿੱਚੋਂ ਗਾਹਾਂ ਸਾਂਖਾਂ ਫੁੱਟ ਪੈਂਦੀਆਂ ਨੇ। ਅੱਗੇ ਕੀ ਲਿਖਿਆ? ਬਿਨਸਤ ਤਜ ਗਏ ਸਭ ਘਰ ਬਾਹਰ। ਇਹ ਸਰੀਰ ਤਾਂ ਭਾਈ ਕਿਸੇ ਦਾ ਰਿਹਾ ਨਹੀਂ, ਨਾ ਰਹੇ। ਸਰੀਰ ਜੇ ਰਹਿੰਦਾ ਨਹੀਂ ਹੈ ਤਾਂ ਇਸ ਨੂੰ ਕਿਸੇ ਲੇਖੇ ਵਿੱਚ ਪਾਈਏ। ਲੇਖੇ ਵਿੱਚ ਪਾਉਣ ਤੋਂ ਪਹਿਲਾਂ ਸਿਆਣਿਆਂ ਦੀਆਂ ਅੱਜ ਕਲਮਾਂ ਲਿਖਦੀਆਂ ਨੇ, ਤੇ ਬਾਬਾ ਫਰੀਦ ਸਾਹਿਬ ਨੇ ਤੇ ਬਾਬਾ ਕਬੀਰ ਸਾਹਿਬ ਨੇ ਅੱਜ ਤੋਂ 500 700 800 ਸਾਲ 850 ਸਾਲ ਪਹਿਲਾਂ ਦੱਸ ਵੀ ਦਿੱਤਾ, ਲਿਖ ਵੀ ਦਿੱਤਾ। ਅੱਜ ਦੀ ਦੁਨੀਆ ਦੀ ਕਲਮ ਕਹਿੰਦੀ ਹੈ। ਇੱਕ ਮੇਰਾ ਭਰਾ ਹੈਗਾ, ਬਹੁਤ ਵਧੀਆ ਗਾਇਕ ਆ, ਜਿਹਦੀ ਉਪਮਾ ਕਰਨ ਯੋਗ ਆ ਤਾਂ ਕਰਾਂਗੇ। ਉਹਦਾ ਨਾਮ ਪੰਮਾ ਡੂਮੇ ਵਾਲੀ। ਉਹਦੀਆਂ ਲਿਖਤਾਂ ਕਦੇ ਸੁਣ ਕੇ ਵੇਖਿਓ। ਇੱਕ ਵਾਰੀ ਸੁਣਨ ਲੱਗੇ ਨਾ, ਤੁਹਾਡਾ ਬਾਰ-ਬਾਰ ਜੀ ਕਰੂਗਾ। ਪਰ ਨਹੀਂ, ਅਸੀਂ ਉਹਨੂੰ ਨਹੀਂ ਸੁਣਨਾ, ਅਸੀਂ ਉਹਨੂੰ ਸੁਣਨਾ ਜਿਹੜਾ ਸਾਨੂੰ ਗਾਲਾਂ ਕੱਢਦਾ। ਕੱਲੀ ਕੱਲੀ ਗੱਲ 'ਚ ਉਹਦੀ 'ਚ ਰਸ ਹੈਗਾ। ਬਾਕੀ ਦਾੜੀ ਕਿਸ ਰੱਖੇ ਨੇ, ਦਸਤਾਰ ਬੰਨ੍ਹਦਾ ਹੈ ਗਾਇਕ। ਪਰ ਕੋਈ ਨਹੀਂ ਕਹਿੰਦਾ ਨਾ ਉਹਨੂੰ ਵਿਆਹ 'ਚ ਥੋੜ੍ਹੀ ਲਿਆਉਣਾ, ਵਿਆਹ 'ਚ ਤਾਂ ਸੁਗਲ ਮੁਗਲ ਹੁੰਦੇ ਆ। ਉਹ ਤਾਂ ਸਾਨੂੰ ਨਾ ਉਹੀ ਕਥਾ ਸਰੋਤ ਜੇ ਸੁਣਾਈ ਜਾਂਦਾ ਹੈਗਾ, ਪਿਛੋਕੜ ਜਿਹਾ ਸੁਣਾਈ ਜਾਂਦਾ, ਉਹਦੇ 'ਚ ਗੱਲਬਾਤ ਨਹੀਂ ਬਣਦੀਗੀ। ਚਲੋ, ਉਹ ਵੀਰ ਦੀ ਕਲਮ ਵੀ ਲਿਖਦੀ ਹੈ। ਕਹਿੰਦਾ ਵੀ ਤੂੰ ਰੋਜ਼ ਇੱਕ ਗੇੜਾ ਹਸਪਤਾਲ 'ਚ ਮਾਰਿਆ ਕਰੋ, ਆਪਣੇ ਗੀਤ 'ਚ ਲਿਖਿਆ। ਤੇ ਬਾਬਾ ਫਰੀਦ ਸਾਹਿਬ ਜੀ ਨੇ ਕੀ ਕਹਿਤਾ? ਉਦੋਂ ਹਸਪਤਾਲ ਘੱਟ ਸੀ, ਹੈ ਹੀ ਨਹੀਂ ਸੀ, ਹੈ ਹੀ ਨਹੀਂ ਸੀ ਉਹ ਤਾਂ, ਹਨਾ। ਅੱਜ ਬਹੁਤ ਨੇਗੇ, ਉਦੋਂ ਹੈ ਹੀ ਨਹੀਂ ਸੀ। ਅੱਛਾ, ਬਾਬਾ ਫਰੀਦ ਸਾਹਿਬ ਕਹਿੰਦੇ ਰੋਜ਼ ਨਾ ਕਿਸੇ ਮੁਰਦੇ ਪਿੱਛੇ ਜਾਣ ਦੀ ਬਜਾਏ, ਕਿਸੇ ਮੁਰਦੇ ਪਿੱਛੇ ਜਾਣ ਦੀ ਬਜਾਏ ਰੋਜ਼ ਸ਼ਮਸ਼ਾਨ ਭੂਮੀ 'ਚ ਗੇੜਾ ਮਾਰਿਆ ਕਰ। ਹੁਣ ਅਸੀਂ ਕੀ ਕਹਾਂਗੇ? ਸ਼ਮਸ਼ਾਨ ਭੂਮੀ ਤਾਂ ਸਾਡੇ ਘਰਾਂ 'ਚ ਵੜ ਗਈ। ਅਸੀਂ ਤਾਂ ਇਹੀ ਕਹਾਂਗੇ ਨਾ, ਸ਼ਮਸ਼ਾਨ ਭੂਮੀ 'ਚ ਤੂੰ ਗੇੜਾ ਮਾਰਨ ਦੀ ਗੱਲ ਕਰਨਾ। ਅੱਗੇ ਦੂਰ ਹੁੰਦੀਆਂ ਸੀ, ਇਹ ਤਾਂ ਸਾਡੇ ਘਰਾਂ 'ਚ ਬੜੀ ਪਈ ਆ। ਹੁਣ ਕੀ ਕਰੀਏ? ਇਸ ਤਾਂ ਰੋਜ਼ ਹੀ ਦੇਖਦੇ ਆ, ਉਹ ਮੱਚੀ ਜਾਂਦਾ ਬੰਦਾ। ਡਰਦਾ ਕੋਈ ਨਾ, ਮੁਰਦੇ ਦੀ ਸੁਣਦਾ ਕੋਈ ਨਾ। ਪਰ ਬਾਬੇ ਨਾਨਕ ਨੇ, ਫਰੀਦ ਸਾਹਿਬ ਨੇ ਕਿਉਂ ਕਿਹਾ ਸੀ? ਇਸੇ ਕਰਕੇ ਕਿਹਾ ਸੀ, ਉੱਥੇ ਜਾ ਕੇ ਮਨ ਢੈਲਾ ਪੈ ਜਾਂਦਾ ਹੈ। ਉੱਥੇ ਜਾ ਕੇ ਵੀ ਮੈਂ ਵੀ ਐਵੇਂ ਜਿਵੇਂ ਇੱਕ ਦਿਨ ਲੱਕੜਾਂ 'ਚ ਬਹਿ ਜਾਊਂਗਾ, ਮੈਂ ਵੀ ਇਸੇ ਰਾਹ ਇੱਕ ਦਿਨ ਚਲਾ ਜਾਊਂ। ਮੇਨ ਮਕਸਦ ਤਾਂ ਆਹ ਹੁੰਦਾ ਪਿੱਛੇ ਜਾਣ ਦਾ। ਪਰ ਅਹਿਸਾਸ ਬਿਰਲਿਆਂ ਨੂੰ ਛੱਡ ਕੇ, 100 ਦੇ ਵਿੱਚੋਂ 1 ਤੋਂ 5 ਤੱਕ ਛੱਡ ਕੇ, 5 ਕੁ ਬੰਦਿਆਂ ਤੱਕ ਛੱਡ ਕੇ ਅਹਿਸਾਸ ਕਿਸੇ ਨੇ ਵੀ ਨਹੀਂ ਕੀਤਾ। ਜੋ ਘਰੇ ਗੱਲਾਂ, ਜੋ ਸੱਥ 'ਚ ਗੱਲਾਂ, ਜੋ ਥੜਿਆਂ ਤੇ ਗੱਲਾਂ,
ਉਹੀ ਗੱਲਾਂ ਉੱਥੇ ਚੱਲੀ ਗਈਆਂ। ਸੋਚ ਕੇ ਦੇਖੋ, ਭੈਣਾਂ ਨਿਗਾਹ ਮਾਰ ਲੈਣ ਵੀ ਸਾਡੀਆਂ ਭੈਣਾਂ ਨੇ ਆਪਣੀ ਹਿਸਟਰੀ ਵਾਲੀ ਕੈਸਟ ਜਿਹੜੀ ਬਦਲਤੀ ਸੀ ਉਹ ਨਾ ਬਦਲੀ ਨਹੀਂ। ਬੈਠਣ ਜਦੋਂ ਗਏ ਆਪਾਂ ਕਿਸੇ ਦੇ ਘਰੇ, ਉਹ ਆਪਣੀ ਰੀਲ ਬਦਲ ਲਈ ਸੀ, ਆਪਾਂ ਪੈਨ ਡਰਾਈਵ ਬਦਲਣੀ ਤਾਂ ਨਹੀਂ ਭੁੱਲ ਗਏ, ਕਿਤੇ ਘਰ ਵਾਲੀ ਨਾਲ ਹੀ ਤਾਂ ਨਹੀਂ ਵਾਗੇਗੀ। ਸ਼ਾਇਦ ਕਹਿਣਾ ਪਊ ਵੀ ਘਰ ਵਾਲੀ ਪੈਨ ਡਰਾਈਵ ਵੀ ਨਾਲ ਵਾਗੀ, ਉੱਥੇ ਵੀ ਘਰੇ ਵੀ ਉਹੀ ਪੈਨ ਡਰਾਈਵ ਸੀਗੀ, ਉੱਥੇ ਵੀ ਉਹੀ ਪਾਲੀ ਜਾ ਕੇ ਆਪਾਂ। ਭਾਵ ਕੀ ਹੈ, ਗੁਰੂ ਸਾਹਿਬ ਨੇ ਤਾਂ ਬੜੇ ਸੋਹਣੇ ਲਹਿਜੇ ਦੇ ਵਿੱਚ ਕਿਹਾ ਸੀ ਵੀ ਇੱਕ ਗੇੜਾ ਜ਼ਰੂਰ ਦਿਹਾੜੀ 'ਚ ਮਾਰ ਕੇ ਆਇਆ ਕਰੀ। ਉੱਥੇ ਮੁਰਦੇ ਬੋਲਦੇ ਆ, ਉਹਨਾਂ ਦੀ ਸੁਣੀ, ਤੇ ਉੱਥੇ ਮੁਰਦੇ ਕੁਝ ਸੁਣਨਾ ਚਾਹੁੰਦੇ ਨੇ, ਉਹਨਾਂ ਨੂੰ ਸੁਣਾ ਕੇ ਆਹ ਕੰਮ ਕਰੀ। ਇਹਦਾ ਪੂਰਾ ਵਿਸਥਾਰ ਆਪਾਂ ਪਹਿਲਾਂ ਕਰ ਚੁੱਕੇ ਹਾਂ। ਫਿਰ ਅੱਗੇ ਪਾਤਸ਼ਾਹ ਨੇ ਕੀ ਕਿਹਾਗਾ, ਮ੍ਰਿਤ ਮੰਡਲ ਜਗ ਸਾਜਿਆ। ਇਹ ਪੂਰਾ ਜਗਤ ਪਰਮਾਤਮਾ ਨੇ ਬਣਾਇਆ ਨਾ, ਮ੍ਰਿਤ ਮੰਡਲ ਜਗ ਸਾਜਿਆ। ਪਰ ਜਾਊ ਕਿਵੇਂ, ਜਿਉਂ ਬਾਲੂ ਘਰ ਬਾਰ। ਬਾਲੂ ਮੀਨਜ ਭਾਵ ਕੰਧ, ਰੇਤੇ ਦੀ ਬਣੀ ਹੋਈ ਕੰਧ। ਇੱਥੇ ਲਫ਼ਜ਼ ਵਰਤਿਆ ਰੇਤਾ ਤੇ ਮਿੱਟੀ। ਮਿੱਟੀ ਅਲੱਗ ਹੁੰਦੀ ਆ, ਰੇਤਾ ਅਲੱਗ ਹੁੰਦਾ। ਮਿੱਟੀ ਦੀ ਕੰਧ ਨਹੀਂ, ਰੇਤੇ ਦੀ ਕੰਧ। ਚੀਕਣੀ ਮਿੱਟੀ, ਕੋਈ ਪੋਚਾ ਮਿੱਟੀ, ਉਹਦੀ ਕੰਧ ਨਹੀਂ ਹੈ, ਉਹ ਤਾਂ ਡਿੱਗਦੀ ਨਹੀਂ, ਹਲਦੀ ਨਹੀਂ। ਉਹਦਾ ਇੱਥੇ ਰੇਤੇ ਦੀ ਗੱਲ ਕਹੀ ਆ। ਪਹਿਲੀ ਗੱਲ ਤਾਂ ਕੋਈ ਕਾਰੀਗਰ ਕਿਹੜਾ ਮਰਜ਼ੀ ਹੋਵੇ, ਜਿਹੜਾ ਮਰਜ਼ੀ ਕਾਰੀਗਰ, ਉਹਨੂੰ ਪੁੱਛੀਏ ਆਪਾਂ ਕੱਕੇ ਰੇਤੇ ਦੀ, ਖੱਸੜ ਰੇਤੇ ਦੀ, ਟਿੱਬੇ ਵਾਲੇ ਰੇਤੇ ਦੀ ਅਸੀਂ ਕੰਧ ਕੱਢਣੀ ਆ, ਕੱਢ ਦੇਂਗੇ ਇੱਟਾਂ ਬਣਾ ਕੇ? ਉਹ ਕਹਿੰਦਾ ਨਾ। ਭੱਠੇ ਵਾਲੇ ਕਿਹੜੀ ਮਿੱਟੀ ਪਸੰਦ ਕਰਦੇ, ਆਪਾਂ ਨੂੰ ਆਮ ਹੀ ਪਤਾ, ਚੀਕਣੀ ਮਿੱਟੀ। ਘੁਮਿਆਰ ਵੀਰ ਕਿਹੜੀ ਮਿੱਟੀ ਪਸੰਦ ਕਰਦਾ? ਕਦੇ ਦੇਖਿਆ ਘੁਮਿਆਰ ਵੀਰ ਕਿਸੇ ਕੱਕੇ ਰੇਤੇ ਨੂੰ ਆਪਣਾ ਭੋਰਨਾ ਲਾਈ ਬੈਠਾ ਹੋਵੇ, ਖੱਡਾ ਲਾਈ ਬੈਠਾ ਹੋਵੇ ਵੀ ਕੱਕੇ ਰੇਤੇ ਦੇ ਰੇੜੇ ਭਰ ਭਰ ਲਿਆਉਂਦਾ ਤੇ ਕੱਕੇ ਰੇਤੇ ਦੇ ਬਣਾਉਂਦਾ ਭਾਂਡੇ? ਉਹ ਤਾਂ ਕੱਕੇ ਰੇਤੇ ਦਾ ਭਾਂਡਾ ਬਣਦਾ ਹੀ ਨਹੀਂ। ਜੇ ਬਣੂਗਾ ਤਾਂ ਕਾਹਦਾ ਬਣੂਗਾ? ਮਿੱਟੀ ਦਾ ਬਣਦਾਗਾ, ਨਾ ਇੱਟ ਬਣੇ। ਅੱਛਾ ਚਲੋ, ਉਹ ਤਾਂ ਆਪਣੀ ਉਦਾਹਰਨ ਸੀ ਸਮਝਣ ਵਾਸਤੇ। ਕੱਕੇ ਰੇਤੇ ਦੀ ਕੰਧ ਨਹੀਂ ਨਿਕਲਦੀ। ਅੱਛਾ ਜੇ ਕਿਸੇ ਨੇ ਧੱਕੇ ਧੁੱਕੇ ਨਾਲ ਕੱਢਤੀ, ਮੰਨ ਲਓ ਕੱਢਤੀ ਧੱਕੇ ਧੁੱਕੇ ਨਾਲ, ਕੋਈ ਨਾ ਮੰਨੇ, ਹਿੰਡੀ ਹੁੰਦੇ ਨੇ ਬੱਚੀ, ਮੈਂ ਤਾਂ ਇਹ ਕੰਮ ਕਰੂੰ। ਜੇ ਕੱਢਤੀ, ਪਾਤਸ਼ਾਹ ਕਹਿੰਦੇ ਰਹਿੰਦੀ ਨਹੀਂ, ਤੂੰ ਪਾਸੇ ਮਗਰੋਂ ਜਾਏਗਾ, ਉਹ ਪਹਿਲਾਂ ਥੱਲੇ ਆ ਜਾਊ। ਜਿਉਂ ਬਾਲੂ ਘਰ ਬਾਰ। ਇੱਥੇ ਉਦਾਹਰਨ ਕੱਕੇ ਰੇਤੇ ਦੀ ਦਿੱਤੀ ਹੈ। ਫਿਰ ਅੱਗੇ ਕਿਹਾ, ਬਿਨਸਤ ਵਾਰ ਨਾ ਲੱਗ ਗਈ। ਕਹਿੰਦੇ ਸਾਰਾ ਕੁਝ ਕਹਿੰਦੇ ਖਤਮ ਹੋ ਜੂ, ਤੂੰ ਵੀ ਇੱਕ ਦਿਨ ਮੁਰਦਾ ਬਣ ਜਾਏਗਾ। ਮੁਰਦਾ ਬਣਨ ਤੋਂ ਪਹਿਲਾਂ ਪਹਿਲਾਂ ਮੁਰਦਿਆਂ ਦੀ ਸੁਣ ਲਾ। ਇੱਕ ਗੱਲ ਥੋੜੀ ਜਿਹੀ ਕਮਾਲ ਦੀ ਹੋਰ ਦੇਖੋ ਤੁਸੀਂ ਅੱਜ ਦੀ ਵਿਚਾਰ 'ਚ। ਅੱਜ ਦੀ ਵਿਚਾਰ 'ਚ ਆਪਾਂ ਬਹੁਤ, ਤੁਸੀਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਤੁਹਾਡੇ ਤੋਂ ਪਾਸੇ ਫਿਰਦੇ, ਤੁਹਾਡੇ ਕੋਈ ਰਿਸ਼ਤੇਦਾਰ ਇੱਧਰ ਉੱਧਰ, ਕੋਈ ਰੱਬ ਦਾ ਪਿਆਰਾ, ਉਹਨੂੰ ਛੱਡ ਕੇ ਮੈਂ ਆਪਣੀ ਤੁਹਾਡੀ ਗੱਲ ਕਰਦਾ। ਤੁਸੀਂ ਰੋਜ਼ ਦੀ ਵਿਚਾਰ ਸੁਣਨ ਵਾਲੇ। ਗੁਰਬਾਣੀ ਵਿੱਚ ਟੀਚਰ ਦੀ ਬਹੁਤ ਵੱਡੀ ਅਹਿਮੀਅਤ ਦਿੱਤੀ ਹੈ ਪਾਤਸ਼ਾਹ ਨੇ। ਵੀ ਟੀਚਰ ਹੈ ਨਾ, ਜਿਹੜਾ ਟੀਚਰ ਚੰਗਾ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ। ਜ਼ਿੰਦਗੀ ਟੀਚਰ ਤੇ ਖੜੀ ਆ। ਟੀਚਰ ਮਾੜਾ, ਜ਼ਿੰਦਗੀ ਬਰਬਾਦ ਆ। ਚਲੋ ਅਸੀਂ ਇੱਕ ਦਿਨ ਪੁੱਛ ਲਿਆ ਗੁਰੂ ਨਾਨਕ ਸਾਹਿਬ ਨੂੰ, ਕਿਹੋ ਜਿਹਾ ਚਾਹੀਦਾਗਾ? ਉਹ ਕਹਿੰਦਾ ਕੁੱਤਾ ਹੈਗਾ ਘਰੇ? ਅਸੀਂ ਕਿਹਾ ਹਾਂ ਹੈਗਾਗਾ। ਕਹਿੰਦਾ ਕੁੱਤੇ ਨੂੰ ਟੀਚਰ ਬਣਾ ਲਾ। ਕਮਾਲ ਦੀ ਗੱਲ। ਅਸੀਂ ਤਾਂ ਆਸ ਲੈ ਕੇ ਆਏ ਸੀਗੇ ਵੀ ਨਾ ਸਾਡੇ ਪਿੰਡ 'ਚ ਕੋਈ ਫਲਾਨਿਆਂ ਦੀ ਕੁੜੀ, ਫਲਾਨਿਆਂ ਦਾ ਮੁੰਡਾ। ਅਸੀਂ ਗੱਲਾਂ ਕਰਦੇ ਹਾਂ ਬਾਹਲਾ ਪੜ੍ਹ ਲਿਖ ਤਾਂ ਗਈ, ਪਰ ਇਧਰੋਂ ਤਾਂ ਗਈ, ਇਧਰੋਂ ਪੜ੍ਹ ਲਿਖ ਗਈ, ਇਧਰੋਂ ਗਈ। ਇਹ ਨਾਲ ਕਹਿਣੀ ਪਊ ਗੱਲ। ਉਹ ਕਹਿੰਦੀ ਮਹਾਰਾਜ ਤਾਂ ਕਹਿੰਦੀ ਮੇਰੇ ਲਈ ਉਹੀ ਆ, ਹੁਣ ਤਾਂ ਕਹਿੰਦੀ ਕਿਤਾਬ ਆ। ਵਾਹ ਜੀ ਵਾਹ, ਤੂੰ ਤਾਂ ਹਾਂ ਤੋਂ ਹੋਰ ਹੀ ਸਿਆਣੀ ਡਿੱਗ ਪਈ ਹੈ ਨਾ, ਜਿਹੜੀ ਕਿਤਾਬ ਕਹਿਣ ਲੱਗ ਗਈ। ਬੜੇ ਕਹਿੰਦੇ ਨੇਗੇ, ਕੋਈ ਗੱਲ ਨਹੀਂ, ਚੱਲ ਜਿੱਦੇ ਲੋੜ ਪਏਗੀ ਉਹਦੇ ਕਿਤਾਬ ਕੋਲੇ ਤੂੰ ਆਪੇ ਆ ਜਾਏਗੀ, ਅਸੀਂ ਨਹੀਂ ਕੁਛ ਕਹਿਣਾ ਜਾਂ ਆ ਜਾਏਗਾ। ਚਲੋ ਸਾਨੂੰ ਤਾਂ ਪਾਤਸ਼ਾਹ ਆਏ ਸੀ ਵੀ ਤੂੰ ਕਿਤੇ ਚੰਗੇ ਜੇ ਡਿਗਰੀ ਕੀਤੇ ਵਿਅਕਤੀ ਬੰਨੀ ਹੱਥ ਕਰੇਗਾ, ਵੀ ਤੁਹਾਡੇ ਪਿੰਡ 'ਚ ਕੋਈ ਪ੍ਰੋਫੈਸਰ ਹੋਊ, ਕੋਈ ਡਾਕਟਰ ਹੋਊ, ਕੋਈ ਇਦਾਂ ਦੀ ਵਧੀਆ ਕੁਆਲਿਟੀ ਦੀ ਪੜ੍ਹਾਈ ਕੀਤੀ ਹੋਊ, ਤੂੰ ਤਾਂ ਕਹੇਗਾ ਵੀ ਉਹਦੇ ਕੋਲੇ ਵਗ ਜੀ। ਤੂੰ ਤਾਂ ਕੁੱਤੇ ਕੋਲੇ ਭੇਜਤਾ, ਲੈ ਕੁੱਤਾ ਸਾਨੂੰ ਕੀ ਪੜ੍ਹਾਊਗਾ? ਨੌਵੇਂ ਪਾਤਸ਼ਾਹ ਕਹਿੰਦੇ ਨਹੀਂ, ਪੜ੍ਹਾਉਣ ਦਾ ਕੁੱਤੇ ਕੋਲੇ ਤਰੀਕਾ ਹੈਗਾ ਪੜ੍ਹਾਉਣ ਦਾ। ਚਲੋ ਅਸੀਂ ਦੂਜੇ ਦਿਨ ਫੇਰ ਆ ਗਏ। ਕਈ ਵਾਰ ਨਾ ਆਪਾਂ ਨੂੰ ਇੱਕ ਦਿਨ ਕਿਸੇ ਘਰੋਂ ਜਵਾਬ ਮਿਲ ਜੇ, ਇੱਕ ਦਿਨ ਕਿਸੇ ਘਰੋਂ ਜਵਾਬ ਮਿਲ ਜੇ, ਆਪਾਂ ਬਹਾਨੇ ਜਿਹੇ ਨਾਲ ਦੂਜੇ ਦਿਨ ਵੀ ਵਗ ਜਾਂਦੇ। ਚੱਲ ਅੱਜ ਤਾਂ ਨਹੀਂ ਜਵਾਬ ਦੇਊਗਾ, ਵੀ ਅੱਜ ਤਾਂ ਨਹੀਂ ਜਵਾਬ ਦਿੰਦਾਗਾ, ਅੱਜ ਆਪਾਂ ਨਾ ਗੋਲ ਮੋਲ ਜੀ ਗੱਲ ਕਰਕੇ ਆਵਾਂਗੇ। ਅੱਜ ਅਸੀਂ ਜਾਣਸਾਰ ਟੀਚਰ ਬਾਰੇ ਨਹੀਂ ਪੁੱਛਿਆ, ਆ ਗਏ ਆਪਾਂ ਇੱਥੇ, ਨਕਸ਼ਾ ਆਪਣੇ ਤੇ ਬਣਾ ਲਓ ਵੀ ਇੱਥੇ ਆ ਗਿਆ ਆਪਾਂ, ਸਾਡਾ ਗੁਰੂ ਪਾਤਸ਼ਾਹ ਬੈਠੇ ਨੇਗੇ। ਪਹਿਲਾਂ ਗੱਲਾਂ ਬਾਤਾਂ ਚੱਲ ਪਈਆਂ, ਹਾਂ ਭਾਈ ਹੋਰ ਠੀਕ ਆ, ਸਭ ਠੀਕ ਆ, ਚੱਲੀ ਗਈਆਂ ਗੱਲਾਂ ਬਾਤਾਂ। ਗੋਲ ਮੋਲ ਜੀ ਗੱਲ ਕਰਦੇ, ਪੁੱਛ ਲਿਆ ਪਾਤਸ਼ਾਹ ਨੇ ਕਿਵੇਂ ਆਇਆ ਸੀ? ਮੈਂ ਤਾਂ ਬਸ ਉਹੀ ਆ ਗਿਆ। ਕੱਲ ਵਾਲੀ ਗੱਲ ਜੀ ਕੀ ਪੁੱਛਣ ਆਇਆ, ਗੱਲ ਜੀ ਲੱਜਤ ਨਹੀਂ ਆਏਗੀ। ਮੈਂ ਟੀਚਰ ਬਾਰੇ ਪੁੱਛਣ ਆਇਆ ਸੀਗਾ, ਤੁਸੀਂ ਮੈਨੂੰ ਹੋਰ ਹੀ ਪੁੱਠੇ ਰਾਹ ਪਾਤਾ। ਕੁੱਤੇ ਕੋਲੇ ਮੈਨੂੰ ਤਾਂ ਕੋਈ ਸਮਝ ਨਹੀਂ, ਮੈਂ ਤਾਂ ਫਿਰਦਾ ਰਿਹਾ ਕੁੱਤੇ ਕੋਲੇ। ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਚਲੋ ਹੁਣ ਆਸ ਜੀ ਵੱਜ ਗਈ ਵੀ ਹੁਣ ਚੰਗੇ ਟੀਚਰ ਕੰਨੀ ਹੱਥ ਕਰੂ, ਹਨਾ ਚੰਗੇ ਕੰਨੀ ਹੱਥ ਕਰੂਗਾ। ਫਿਰ ਕਿੱਧਰ ਨੂੰ ਹੱਥ ਕਰਤਾ? ਆਪਾਂ ਗੁਰਬਾਣੀ ਦੀ ਕਮਾਲ ਤੇ ਗੱਲ ਕਰੀ ਜਾਂਦੇ ਹੁਣ, ਕਮਾਲ ਤੇ। ਫਿਰ ਕਿੱਧਰ ਹੱਥ ਕਰਤਾ? ਗੁਰੂ ਪਾਤਸ਼ਾਹ ਕਹਿੰਦੇ ਤੇਰੇ ਗੁਆਂਢ 'ਚ ਸੂਰ ਹੈਗਾ?
ਅਸੀਂ ਕਹਿੰਦਾ ਹਾਂ ਹੈਗਾ ਹੈਗਾ। ਫਿਰ ਪਾਤਸ਼ਾਹ ਕਹਿੰਦੇ ਸੂਰ ਨੂੰ ਟੀਚਰ ਬਣਾ ਲਾ ਨਾ। ਲੈ ਆ ਉਦੋਂ ਵੀ ਘਟੀਆ ਗੱਲ ਕਰਤੀ, ਮੁੜਿਆ। ਚਲੋ ਮੰਨ ਲਓ ਆਪਾਂ ਦੋ ਜਾਨਵਰ, ਦੋ ਪਸ਼ੂ ਆਪਾਂ ਦੇਖ ਲਏ ਵਿੱਚੋਂ, ਬਾਕੀ ਉਦਾਹਰਨਾਂ ਬਹੁਤ ਨੇ, ਕਿਤੇ ਪੰਛੀ ਦਿੱਤੀ ਹੈ, ਕਿਤੇ ਦਰਖਤਾਂ ਦੀ ਦਿੱਤੀ ਹੈ, ਕਿਤੇ ਮਨੁੱਖਤਾ ਦਿੱਤੀ ਹੈ, ਕਿਤੇ ਕਿਵੇਂ ਉਹ ਬਾਕੀ ਸਾਰਾ ਆਪਾਂ ਛੱਡ ਕੇ ਦੋ ਗੱਲਾਂ ਵਿੱਚੋਂ ਮੇਨ ਲੈ ਲਈਆਂ। ਆਪਾਂ ਕਹਿੰਦੇ ਆ ਬੰਦੇ ਨੂੰ ਮਰੇ ਕੁੱਤੇ ਦੀ ਮੌਤ, ਕੁੱਤਾ ਨਖਿੱਧ ਜੂਨੀ ਹੈ ਨਾ। ਆਪਾਂ ਕਹਿੰਦੇ ਫਲਾਨਾ ਤਾਂ ਸੂਰ ਵਰਗਾ, ਕੁਝ ਨਹੀਂ ਛੱਡਦਾ, ਅੱਗ ਸਭ ਭਸਮ ਕਰੀ ਜਾਂਦਾ, ਸੂਰ ਵੀ ਗੰਦ 'ਚ ਮੂੰਹ ਮਰੀ ਜਾਂਦਾ। ਆਪਾਂ ਦੋਨੇ ਉਹ ਜੀਵਾਂ ਦੀ ਗੱਲ ਕਰ ਲਈ ਜਿਹੜੇ ਸਾਡੀ ਨਿਗਾਹ 'ਚ ਸਭ ਤੋਂ ਘਟੀਆ। ਚਲੋ ਹੁਣ ਆਪਾਂ ਤੀਜੀ ਗੱਲ ਕੀ ਦੇਖਣੀ ਆ। ਅੱਜ ਮੰਨ ਲਓ ਦੋ ਗੱਲਾਂ ਤੇ ਤਾਂ ਆਪਾਂ ਨੂੰ ਵਿਸ਼ਵਾਸ ਜਾ ਬਣਿਆ ਨਹੀਂ, ਹੌਲੀ ਹੌਲੀ ਗੇੜਾ ਖਾਂਦੇ ਅੱਜ ਆ ਗਏ ਤੇ। ਅੱਜ ਦੀ ਬਾਣੀ ਕਿੰਨੇ ਨੰਬਰ ਪੰਨਾ ਗਾ? 808। ਹੁਣ ਅੱਜ ਆ ਕੇ ਆਪਾਂ ਫੇਰ ਪੁੱਛ ਲਿਆ, ਪਾਤਸ਼ਾਹ ਮੈਂ ਤਾਂ ਨਾ, ਤੂੰ ਮੈਨੂੰ ਕਹਿੰਦਾ ਸੀ ਤੇਰੀ ਮੈਂ ਟਿਊਸ਼ਨ ਰਖਾਊਂਗਾ, ਵਧੀਆ ਟੀਚਰ ਭਾਲ ਲਈ ਤੂੰ, ਤੇ ਮੈਂ ਤਾਂ ਤੇਰੇ ਕੋਲ ਆਇਆਗਾ, ਮੈਨੂੰ ਟੀਚਰ ਹੀ ਭਾਲ ਕੇ ਦੇ ਕੋਈ ਵਧੀਆ ਜਾ। ਗੁਰੂ ਸਾਹਿਬ ਕਹਿੰਦੇ 2 ਵਾਰੀ ਤੂੰ ਪਹਿਲਾਂ ਆ ਗਿਆ, ਸੱਚ ਬੋਲਣਾ ਪਊ ਨਾ। ਹਾਂ ਆਇਆ ਸੀ, ਹਜੇ ਇੱਥੇ ਆਇਆ ਨਹੀਂ ਤੈਨੂੰ ਟੀਚਰ ਕੋਈ? ਨਹੀਂ ਭਾਲ ਤਾਂ ਲੈਤੇ ਸੀ, ਗੱਲ ਜੀ ਨਹੀਂ ਬਣੀ। ਸੰਗ ਜੀ ਵੀ ਲੱਗਦੀ ਹੈ ਵੀ ਕੁੱਤੇ ਨੂੰ ਟੀਚਰ ਬਣਾਈ ਫਿਰਦਾ ਜਾਂ ਸੂਰ ਨੂੰ ਟੀਚਰ ਬਣਾਈ ਫਿਰਦਾ ਨਾ, ਸੰਗ ਜੀ ਵੀ ਲੱਗਦੀ ਆ। ਅੱਜ ਕੀ ਕਹਿਤਾ ਬਾਬੇ ਨਾਨਕ ਨੇ? ਉਹ ਤੁਸੀਂ ਪਹਿਲਾਂ ਜਿਹੜੀਆਂ ਭੈਣਾਂ ਬੈਠੀਆਂ ਸੀ, ਵੀਰ ਬੈਠੇ, ਉਹਨਾਂ ਨੇ ਸੁਣ ਲਿਆ, ਮੈਂ ਉਧਰ ਦੁਬਾਰਾ ਨਹੀਂ ਜਾਣਾ, ਟਾਈਮ ਆਪਣਾ ਹੋ ਗਿਆ। ਪਰ ਅੱਜ ਬਾਬੇ ਨਾਨਕ ਨਹੀਂ ਕਹਿਤਾ, ਅੱਜ ਕਹਿੰਦਾ ਮਰੇ ਹੋਏ ਬੰਦੇ ਨੂੰ ਟੀਚਰ ਬਣਾ ਲਾ। ਕਮਾਲ ਦੀ ਗੱਲ ਆ। ਅਸੀਂ ਸੋਚੀ ਜਾਂਦੇ ਆ ਵੀ ਤੂੰ ਸਾਨੂੰ ਚੰਗੇ ਕੋਲੇ ਭੇਜੇਗਾ, ਪਹਿਲਾਂ ਕੁੱਤਾ ਕਹਿਤਾ, ਉਦੋਂ ਡਾਊਨ ਕੁਆਲਿਟੀ ਸੂਰ ਕਹਿਤਾ, ਤੇ ਆਹ ਤਾਂ ਜਮੀ ਸਿਰਾ ਗੱਲ ਕਰਤੀ ਬਾਬੇ ਨਾਨਕ ਨੇ, ਕਹਿੰਦਾ ਮਰੇ ਨੂੰ ਟੀਚਰ ਬਣਾ ਲਾ। ਤੇ ਹੁਣ ਅਸੀਂ ਕਹਾਂਗੇ ਵੀ ਬਸ ਤੇਰੇ ਨਾਲ ਸਾਡੀ ਤਾਈਓ ਨਹੀਂ ਬਣਦੀ, ਤਾਈਓ ਨਹੀਂ ਬਣਦੀ, ਤਾਂ ਗੱਲਾਂ ਹੀ ਕੱਚੀਆਂ ਹੀ ਕਰੀ ਜਾਂਦਾ, ਹੋਰ ਹੀ ਗੱਲਾਂ ਹੀ ਕਰੀ ਜਾਂਦਾ ਗਾ, ਤਾਈਓ ਨਹੀਂ ਬਣਦੀ। ਤੇ ਹੁਣ ਬਾਬਾ ਨਾਨਕ ਕਹਿੰਦਾ ਮੈਂ ਤਾਂ ਮਰੇ ਨੂੰ ਟੀਚਰ ਬਣਾਇਆ, ਤੇਰੇ ਫਿੱਟ ਨਹੀਂ ਗਾ? ਅਸੀਂ ਕਹਿੰਦਾ ਸਾਨੂੰ ਤਾਂ ਫਿੱਟ ਨਹੀਂ ਗਾ। ਕਹਿੰਦਾ ਫਿਰ ਮੈਂ ਤਾਂ ਟੀਚਰ ਬਣਾਇਆ। ਉਹ ਆਪਾਂ ਉਦਾਹਰਨ ਕੀ ਲੈਤੀ ਸੀ? ਬਾਬੇ ਨਾਨਕ ਨੇ ਪਹਿਲਾ ਪ੍ਰਚਾਰਕ ਪੜਾ ਕਬਰਸਤਾਨ, ਤੇ ਕਬਰਸਤਾਨ 'ਚ ਸੁਣਨ ਵਾਲੇ ਵੀ ਮਰੇ ਨੇ ਤੇ ਸੁਣਾਉਣ ਵਾਲੇ ਵੀ ਮਰੇ ਨੇ। ਸੋਚੋ। ਪਰ ਮੈਂ ਮਾਫ ਕਰਨਾ, ਜਿੰਨੀ ਖੋਲ ਕੇ ਵਿਚਾਰ ਕਰਨੀ ਸੀ ਟਾਈਮ ਦੇ ਅਨੁਕੂਲ ਉਨੀ ਹੋਈ ਨਹੀਂ। ਪਰ ਪਾਤਸ਼ਾਹ ਨੇ ਇੱਥੇ ਗੱਲ ਕਹੀ ਆ, ਮਰੇ ਨੂੰ ਟੀਚਰ ਬਣਾ ਲਾ। ਮਰੇ ਨੂੰ ਟੀਚਰ। ਮਰਿਆ ਬੰਦਾ ਬੋਲਦਾ, ਉਹ ਆਪਾਂ ਪਹਿਲਾਂ ਸਾਰਾ ਸੁਣ ਲਿਆ। ਮਰਿਆ ਬੰਦਾ ਸੁਣਦਾ ਵੀ ਆ, ਮਰਿਆ ਸੁਣਦਾ ਵੀ ਆ ਤੇ ਮਰਿਆ ਬੋਲਦਾ ਵੀ। ਤੇ ਆਪਾਂ ਪਿੰਡ 'ਚ ਕਿਸੇ ਨੂੰ ਮਰਜ਼ੀ ਪੁੱਛ ਲਓ, ਮਰਿਆ ਬੰਦਾ ਬੋਲ ਪੂ? ਕਹਿੰਦੇ ਨਾ। ਡਾਕਟਰ ਨੂੰ ਵੱਡੇ ਨੂੰ ਪੁੱਛ ਲਓ, ਕਿਸੇ ਨੂੰ ਕਹਿੰਦੇ ਨਾ। ਮਰਿਆ ਸੁਣ ਲੂ ਕੁਛ? ਕਹਿੰਦੇ ਨਾ। ਬਾਬਾ ਨਾਨਕ ਕਹਿੰਦਾ ਮੈਂ ਤਾਂ ਮਰਿਆਂ ਨੂੰ ਸੁਣਿਆ ਵੀ ਆ ਤੇ ਮਰਿਆਂ ਨੂੰ ਬੋਲਦਿਆਂ ਵੀ ਦੇਖਿਆਗਾ। ਪਹਿਲਾ ਪੜਾ ਕਿਹੜਾ ਸੀ ਪ੍ਰਚਾਰ ਦਾ? ਲੋਕਾਂ 'ਚ ਨਹੀਂ, ਮਰੇ ਹੋਏ ਬੰਦਿਆਂ 'ਚ, ਸੇਵਿਆਂ 'ਚ ਜਾ ਕੇ ਪਹਿਲੀ ਗੱਲ ਸੁਣੀ ਤੇ ਪਹਿਲੀ ਸੁਣਾਈ। ਪਹਿਲਾ ਟੀਚਰ ਧਾਰਨ ਉੱਥੋਂ ਕੀਤਾ ਗੁਰੂ ਸਾਹਿਬ ਨੇ। ਚਲੋ ਮਾਫ ਕਰਨਾ, ਅੱਗੇ ਪਾਸੇ ਜ਼ਿਕਰ ਕਰਦੇ ਨੇ, ਕਹਿੰਦੇ ਬਿਨਸਤ ਬਾਰ ਨਾ ਲੱਗ ਗਈ, ਕੈਸਾ ਸੰਸਾਰ ਹੈ ਜੈਸੇ ਕਾਗਦ ਬੂੰਦਾਰ। ਕਹਿੰਦੇ ਜਿਵੇਂ ਕਾਗਜ਼ ਤੇ ਪਾਣੀ ਦੇ ਛਿੱਟੇ ਲੱਗ ਜਾਂਦੇ ਨਾ, ਤੇ ਕਾਗਜ਼ ਦੇ ਜਿੱਥੇ ਜਿੱਥੇ ਛਿੱਟੇ ਲੱਗ ਮੋਰੀਆਂ ਨਿਕਲ ਜਾਂਦੀਆਂ। ਜੇ ਪੂਰੇ ਹੀ ਪਾਣੀ 'ਚ ਡਿੱਗ ਪਏ ਤਾਂ ਗਲ ਜਾਂਦਾ, ਵਹਿੰਦਿਆਂ ਖਤਮ ਹੋ ਜਾਂਦਾ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਜਿਹੋ ਜਿਹਾ ਸੁਪਨਾ ਰਾਤ ਨੂੰ ਆਉਂਦਾ ਨਾ, ਇਹੋ ਜਿਹਾ ਸੰਸਾਰ ਹੈ ਭਾਈ। ਦ੍ਰਿਸ਼ਟ ਮਾਨ ਸਭ ਬਿਨਸੀਏ, ਕਿਆ ਲੱਗੇ ਗਵਾਰ। ਉਹ ਗਵਾਰ ਮੂਰਖੇ, ਸਾਰਾ ਦਿਸਣ ਵਾਲਾ ਸੰਸਾਰ ਇੱਕ ਦਿਨ ਚਲਾ ਜਾਵੇਗਾ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਪਸਾਰ ਤੋਂ ਭਾਵ ਅੱਖਾਂ ਖੋਲ ਕੇ, ਟੱਡ ਕੇ, ਜਿਵੇਂ ਆਪਾਂ ਕਹਿੰਦੇ ਦੇਖੋ ਅੱਖਾਂ ਕਿਵੇਂ ਟੱਡ ਝਾਕਦਾ ਹੈਗਾ, ਬਸ ਇੱਕ ਇਸ਼ਾਰਾ ਹੀ ਆ। ਸੁਰਤ ਦੀ ਅੱਖ ਨੂੰ ਟੱਡ ਕੇ ਦੇਖ ਲਾ, ਖੋਲ ਕੇ ਵੇਖ ਲਾ। ਕਿਵੇਂ ਵੇਖਣਾਗਾ? ਕਿਸੇ ਨੇ ਤੇਰੇ ਨਾਲ ਸਾਥ ਨਹੀਂ ਨਿਭਾਉਣਾਗਾ। ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਪੂਰਾ ਦੇਖ ਪਸਾਰਾ। ਫਿਰ ਕੀ ਕਹਿੰਦੇ ਨੇ? ਇੱਕ ਚਾਲੇ, ਇੱਥੇ ਕੱਕੇ ਨੂੰ ਵੀ ਹੁਸ਼ਿਆਰੀ ਆ। ਇੱਕ ਚਾਲੇ, ਇੱਕ ਚੱਲ ਸੇ। ਬਹੁਤ ਚਲੇ ਗਏ ਤੇ ਬਹੁਤਿਆਂ ਦਾ ਨੰਬਰ ਲੱਗਿਆ ਪਿਆ। ਇੱਕ ਚਾਲੇ ਇੱਕ ਚੱਲ ਸੇ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਸਭ ਆਪਣੀ ਵਾਰ। ਸਾਰਿਆਂ ਦੀ ਆਪੋ ਆਪਣੀ ਵਾਰੀ ਹੈ। ਸਾਨੂੰ ਫਿਕਰ ਪੈ ਜਾਂਦੀ ਬੜਾ ਮਾੜਾ ਕੰਮ, ਬਾਹਲੇ ਮਰਨ ਲੱਗੇ ਹੁਣ ਤਾਂ। ਬਾਬਾ ਨਾਨਕ ਉਹ ਨਹੀਂ ਫਿਕਰ ਕਰਦਾ। ਚਲੋ ਫਿਕਰ ਹੁੰਦੀ ਹੈ, ਮਾਫ ਕਰਨਾ, ਐਸੀ ਗੱਲ ਨਹੀਂ ਵੀ ਨਹੀਂ ਹੁੰਦੀ ਹੈ, ਪਰ ਬਾਬੇ ਨਾਨਕ ਦੀ ਬੋਲੀ ਦੇਖੋ ਕੀ ਹੈ। ਆਪਾਂ ਕਹਿੰਦੇ ਦੇਖਣਾ ਹੀ ਆ। ਇਹ ਕਈ ਚਲੇ ਗਏ, ਕਈਆਂ ਦਾ ਨੰਬਰ ਲੱਗਿਆ ਪਿਆ, ਉਹ ਕਈਆਂ ਵਿੱਚ ਮੇਰਾ ਨਾਮ ਵੀ ਆ। ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਚਲੇ ਜਾਣਾ। ਆਪਾਂ ਵੀ ਲਾਸਟ ਵਿੱਚ ਕਹਿੰਦੇ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਦੁਆਰ। ਜਿਨ੍ਹਾਂ ਨੇ ਪੂਰੇ ਸਤਿਗੁਰ ਨੂੰ ਧਿਆਇਆ, ਬਾਬਾ ਨਾਨਕ ਲਾਸਟ ਵਿੱਚ ਕਹਿੰਦਾ ਉਹ ਮਰਦੇ ਨਹੀਂ ਭਾਈ, ਉਹ ਸਦੀ ਜਿਉਂਦੇ ਰਹਿੰਦੇ ਨੇ। ਜਨ ਨਾਨਕ ਹਰਿ ਕਾ ਦਾਸ ਹੈ, ਰਾਖ ਪੈਜ ਮੋਰ ਹਰਿ। ਉਹ ਮਾਲਕ ਮੇਰਾ ਦਾਸ ਹੈ, ਉਹ ਮੇਰੀ ਪੈਜ ਹਰ ਥਾਂ ਤੇ ਰੱਖਦਾ ਹੈ। ਸੋ ਵਾਹਿਗੁਰੂ ਭਲਾ ਕਰੇ। ਅੱਜ ਦੀ ਵਿਚਾਰ ਇੱਥੇ ਸਮਾਪਤ। ਬੋਲਦਿਆਂ ਤੋਂ ਬੜੀਆਂ ਭੁੱਲਾਂ, ਸੰਗਤ ਮਾਫ ਕਰਨ ਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।